Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ, ਅਟਰਨੀ ਐਟ ਲਾਅ। ਤੇ ਅੱਜ ਦਾ ਆਪਣਾ ਇਹ ਇਮੀਗ੍ਰੇਸ਼ਨ ਦਾ ਵੀਕਲੀ ਅਪਡੇਟਸ ਪ੍ਰੋਗਰਾਮ ਹੈ। ਇਹਦੇ ਵਿੱਚ ਆਪਾਂ ਅਮਰੀਕਾ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਉਹਦੇ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਜਿਹੜੀ ਪਹਿਲੀ ਖਬਰ ਆ ਉਹ ਹੈਗੀ ਆ ਆਈਸ ਦੁਆਰਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਮੈਮੋ ਜਾਰੀ ਕੀਤਾ ਜਿਹਦੇ ਵਿੱਚ ਕਿ ਜਿਹੜੀਆਂ ਐਨਫੋਰਸਮੈਂਟ ਐਕਟੀਵਿਟੀਜ਼ ਨੇ ਆਈਸ ਦੀਆਂ, ਕਿਹੜੇ ਬੰਦਿਆਂ ਨੂੰ ਫੜਨਾ ਤੇ ਉਹਨਾਂ ਬਾਰੇ ਜਿਹੜਾ ਹੈਗਾ ਇਹ ਕਿਹਾ ਗਿਆ ਕਿ ਜਿਹੜੇ ਪ੍ਰੋਟੈਕਟਡ ਏਰੀਆ ਨੇ ਉਹਦੇ ਵਿੱਚ ਲੋਕਾਂ ਨੂੰ ਜਿਹੜੇ ਅਨਡਾਕੂਮੈਂਟਡ ਹੈਗੇ ਉਹਨਾਂ ਨੂੰ ਨਾ ਫੜਿਆ ਜਾਵੇ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ कि the DHS Secretary emphasized that its purpose is to ensure that enforcement activity does not interfere with individuals' access to essential services or engagement in essential activities. It refers to locations where such activities occur as protected areas. ਉਹ ਕਿਹੜੇ ਏਰੀਆ ਨੇ ਜਿਹਦੇ ਵਿੱਚ ਕਿ ਆਈਸ ਹੁਣ ਲੋਕਾਂ ਨੂੰ ਨਹੀਂ ਫੜੇਗੀ? ਉਹ ਪਹਿਲਾ ਸਕੂਲ ਐਂਡ ਅਦਰ ਪਲੇਸਿਸ ਵੇਅਰ ਚਿਲਡਰਨ ਕੌਨਗਰੀਗੇਟ, ਜਿਵੇਂ ਸਕੂਲ ਹੁੰਦੇ ਨੇ ਜਾਂ ਕਾਲਜ ਜਾਂ ਇਹੋ ਜਿਹੀਆਂ ਜਗ੍ਹਾ। ਮੈਡੀਕਲ ਐਂਡ ਮੈਂਟਲ ਹੈਲਥ ਫੈਸਿਲਿਟੀਜ਼, ਜਿਵੇਂ ਮੈਡੀਕਲ ਫੈਸਿਲਿਟੀਜ਼ ਹੋ ਗਈਆਂ, ਹੌਸਪੀਟਲ ਹੋ ਗਏ, ਡਾਕਟਰਾਂ ਦੇ ਆਫਿਸ ਹੋ ਗਏ। ਪਲੇਸਿਸ ਆਫ ਵਰਸ਼ਿਪ, ਜਿਹੜੇ ਕਿ ਧਾਰਮਿਕ ਸਥਾਨ ਨੇ, ਜਿਵੇਂ ਗੁਰਦੁਆਰਾ ਸਾਹਿਬਾਨ ਹੋ ਗਏ, ਮੰਦਰ ਹੋ ਗਏ, ਚਰਚਿਸ ਹੋ ਗਈਆਂ। ਅੱਗੇ ਕਮਿਊਨਿਟੀ ਸੈਂਟਰ, ਜਿੱਥੇ ਲੋਕ ਇਕੱਠੇ ਹੁੰਦੇ ਆ। ਪਲੇਸਿਸ ਵੇਅਰ ਫਿਊਨਰਲਸ ਔਰ ਵੈਡਿੰਗਸ ਟੇਕ ਪਲੇਸ, ਜਿੱਥੇ ਕਿ ਵਿਆਹ ਦੇ ਫੰਕਸ਼ਨ ਹੁੰਦੇ, ਜਿਵੇਂ ਮੈਰਿਜ ਜਿਹੜੇ ਪੈਲਸ ਹੋ ਗਏ ਜਾਂ ਜਿੱਥੇ ਫਿਊਨਰਲ ਹੁੰਦੇ ਨੇ, ਫਿਊਨਰਲ ਹੋਮ। ਅਤੇ ਪਲੇਸਿਸ ਵੇਅਰ ਦੇਰ ਇਜ਼ ਐਨ ਔਨ ਗੋਇੰਗ ਪਰੇਡ, ਡੈਮੋਨਸਟ੍ਰੇਸ਼ਨ ਔਰ ਰੈਲੀ। ਇਹ ਬਹੁਤ ਇੰਪੋਰਟੈਂਟ ਪੁਆਇੰਟ ਆ। ਇਹ ਆ ਵੀ ਜੇ ਕੋਈ ਰੈਲੀ ਹੋ ਰਹੀ, ਆਮ ਤੌਰ 'ਤੇ ਜਿਹੜੀਆਂ ਰੈਲੀਆਂ ਜਾਂ ਡੈਮੋਨਸਟ੍ਰੇਸ਼ਨਾਂ ਹੁੰਦੀਆਂ ਨੇ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਡਾਊਨ ਟਾਊਨਾਂ 'ਚ ਹੁੰਦੀਆਂ, ਖਾਸ ਕਰਕੇ ਇਮੀਗ੍ਰੇਸ਼ਨ ਜਾਂ ਫੈਡਰਲ ਬਿਲਡਿੰਗਾਂ ਦੇ ਅੱਗੇ ਜਾਂ ਇਮੀਗ੍ਰੇਸ਼ਨ ਕੋਰਟ ਦੇ ਅੱਗੇ। ਸੋ ਉੱਥੇ ਵੀ ਨਹੀਂ ਹੁਣ ਕਿਸੇ ਨੂੰ ਜਿਹਦੇ ਖਿਲਾਫ ਡੈਪੂਟੇਸ਼ਨ ਹੈਗੀ ਆ ਉਹ ਫੜਿਆ ਜਾਏਗਾ। ਅਤੇ ਇਹ ਇੱਕ ਬੜਾ ਇੰਪੋਰਟੈਂਟ ਮੈਮੋ ਹੈ, ਕਿਉਂਕਿ ਪਿਛਲੀ ਵਾਰੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹ ਜਾਰੀ ਕਰਾਂਗੇ ਕਿ ਜਿਹੜੀਆਂ ਇਹੋ ਜਿਹੀਆਂ ਜਗ੍ਹਾ ਨੇ ਜਾਂ ਜਿਹੜੇ ਬੰਦੇ ਮੈਡੀਕਲੀ ਚੈਲੰਜਡ ਨੇ ਉਹਨਾਂ ਨੂੰ ਆਈਸ ਜਿਹੜੀ ਆ ਉਹ ਅਰੈਸਟ ਨਹੀਂ ਕਰੇਗੀ। ਸੋ ਇਹ ਕਾਫੀ ਇੰਪੋਰਟੈਂਟ ਜਿਹੜਾ ਹੈਗਾ ਉਹ ਲੇਟੈਸਟ ਮੈਮੋ ਆ। ਇਸ ਤੋਂ ਇਲਾਵਾ ਜਿਹੜੀ ਦੂਜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਅਮਰੀਕਾ ਨੇ ਜਿਹੜਾ ਪਿਛਲੀ ਸਰਕਾਰ ਦਾ ਰੂਲ ਸੀਗੇ ਜਿਹੜੇ ਕਿ ਮੀਟਰਿੰਗ ਕਰਦੇ ਸੀ ਬਾਰਡਰ ਦੇ ਉੱਤੇ ਵੀ ਕਿੰਨੇ ਬੰਦੇ ਅੰਦਰ ਆ ਸਕਦੇ ਨੇ, ਉਹ ਖ਼ਤਮ ਕਰ ਦਿੱਤੇ ਆ। ਇਹਦੇ ਬਾਰੇ ਪਿੱਛੇ ਜੇ ਕੋਰਟ ਦਾ ਡਿਸੀਜਨ ਵੀ ਆਇਆ ਸੀ ਤਾਂ ਉਹਨੇ ਕਿਹਾ ਸੀ ਜਿਹੜਾ ਅਸਾਈਲਮ ਦਾ ਕਾਨੂੰਨ ਆ ਉਹਦੇ ਅੰਡਰ ਜਿਹੜੀ ਮੀਟਰਿੰਗ ਨਹੀਂ ਕੀਤੀ ਜਾ ਸਕਦੀ। ਮੀਟਰਿੰਗ ਦਾ ਮਤਲਬ ਆ ਵੀ ਇਹ ਤੈਅ ਕੀਤਾ ਜਾਂਦਾ ਸੀ ਕਿ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਜਾਂ ਮਹੀਨੇ ਦੇ ਵਿੱਚ ਕਿੰਨੇ ਬੰਦੇ ਬਾਰਡਰ ਕ੍ਰਾਸ ਕਰ ਸਕਦੇ ਆ। ਜੇ ਉਸ ਤੋਂ ਬੰਦੇ ਵੱਧ ਜਾਂਦੇ ਸੀ ਤਾਂ ਉਹਨਾਂ ਨੂੰ ਉੱਥੇ ਪਿੱਛੇ ਰੋਕਿਆ ਜਾਂਦਾ ਸੀ। ਅਤੇ the Biden administration this week revoked Trump-era rules that allowed US authorities to limit the number of asylum seekers who could be processed at official border crossings. Through a memo on Monday, Troy Miller, the interim head of US Customs and Border Protection, rescinded several guidelines issued by the previous administration that upheld the so-called metering practice at land ports of entry. ਸੋ ਜਿਹੜੀ ਮੀਟਰਿੰਗ ਪ੍ਰੈਕਟਿਸ ਸੀਗੀ ਪਿਛਲੀ ਸਰਕਾਰ ਦੁਆਰਾ ਇਨਫੋਰਸ ਕੀਤੀ ਗਈ ਉਹ ਹੁਣ ਇਹਨਾਂ ਨੇ ਖ਼ਤਮ ਕਰ ਦਿੱਤੀ ਆ। ਇਹਦੇ ਨਾਲ ਜਿਹੜੇ ਬੰਦੇ ਐਂਟਰ ਕਰਨਗੇ ਅਮਰੀਕਾ ਦੇ ਵਿੱਚ, ਖਾਸ ਕਰਕੇ ਸਦਰਨ ਬਾਰਡਰ ਵੱਲੋਂ, ਮੈਕਸੀਕੋ ਵੱਲੋਂ, ਉਹਨਾਂ 'ਤੇ ਜਿਹੜੀ ਇਸ ਕਿਸਮ ਦੀ ਪਾਬੰਦੀਆਂ ਹੋਣਗੀਆਂ ਵੀ ਕਿੰਨੇ ਬੰਦੇ ਆ ਸਕਦੇ ਆ ਰੋਜ਼, ਉਹ ਨਹੀਂ ਲਾਗੂ ਹੋਣਗੀਆਂ। ਲੇਕਿਨ ਇਹਦੇ ਨਾਲ ਅਜੇ ਜਿਹੜੀ ਟਾਈਟਲ 42 ਹੈਗੀ ਆ ਉਹ ਸਟਿਲ ਇਨਫੋਰਸ ਆ। ਉਹ ਹੈਲਥ ਦੇ ਲਈ ਹੁੰਦੀ ਆ, ਜੇ ਕੋਈ ਮਹਾਂਮਾਰੀ ਆ ਜਾਂ ਕੋਈ ਹੈਲਥ ਦੀ ਕੋਈ ਐਮਰਜੈਂਸੀ ਆ ਉਹਦੇ ਬਾਰੇ ਇਹ ਹੈਗੀ ਆ ਕਿ ਉਹ ਲਾ ਕੇ ਬੰਦਿਆਂ ਨੂੰ ਰੋਕਿਆ ਜਾ ਸਕਦਾ। ਸਤੰਬਰ ਦੇ ਵਿੱਚ US ਡਿਸਟ੍ਰਿਕਟ ਕੋਰਟ ਜੱਜ ਸਿੰਥੀਆ ਬਿਸ਼ੈਂਟ ਨੇ ਇਹ ਰੂਲਿੰਗ ਕੀਤੀ ਸੀਗੀ ਕਿ ਮੀਟਰਿੰਗ ਜਿਹੜੀ ਆ ਕਿ ਕਿੰਨੇ ਬੰਦੇ ਅੰਦਰ ਆਉਂਦੇ ਆ ਉਹਨਾਂ ਦੀ ਜਿਹੜੀ ਗਿਣਤੀ ਸੀਮਿਤ ਕਰਨੀ, ਇਹ ਜਿਹੜੀ ਆ ਇਹ ਕੌਂਸਟੀਟਿਊਸ਼ਨ ਦੇ ਅਗੇਂਸਟ ਆ। ਅਤੇ ਜਿਹੜੇ ਕੌਂਸਟੀਟਿਊਸ਼ਨਲ ਡਿਊ ਪ੍ਰੋਸੈਸ ਰਾਈਟਸ ਹੈਗੇ ਮਾਈਗਰੈਂਟਸ ਦੇ, ਉਹਨਾਂ ਨੂੰ ਵਾਇਲੇਟ ਕਰਦੀ ਆ, ਕਿਉਂਕਿ ਜਿਹੜਾ ਲਾ ਆ ਉਹਦੇ ਵਿੱਚ ਇਹੋ ਜਿਹਾ ਕੁਛ ਨਹੀਂ ਲਿਖਿਆ ਗਿਆ ਵੀ ਇੰਨੇ ਬੰਦੇ ਹੀ ਆ ਸਕਦੇ ਆ। ਸੋ ਇਸ ਕਰਕੇ ਗਲਤ ਆ। ਤਾਂ ਉਹਨੂੰ ਧਿਆਨ 'ਚ ਰੱਖਦੇ ਹੋਏ ਇਹ ਸਰਕਾਰ ਨੇ ਐਂਡ ਕਰ ਦਿੱਤਾ। ਹੁਣ ਇਹ ਨਹੀਂ ਹੋਏਗਾ ਵੀ ਇੰਨੇ ਬੰਦੇ ਹੀ ਐਂਟਰ ਕਰ ਸਕਦੇ ਆ, ਹੁਣ ਇਹ ਜ਼ਿਆਦਾ ਬੰਦੇ ਵੀ ਜਿਹੜੇ ਆ ਉਹ ਐਂਟਰ ਹੋਣਗੇ। ਅਤੇ ਇਹਦੀ ਇੰਪਲੀਮੈਂਟੇਸ਼ਨ ਕਿੱਦਾਂ ਹੋਏਗੀ ਉਹ ਟਾਈਮ ਦੱਸੇਗਾ। ਇਹ ਤੋਂ ਬਾਅਦ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜਿਹੜਾ ਇਮੀਗ੍ਰੇਸ਼ਨ ਦਾ ਰਿਫਾਰਮ ਹੋਣ ਜਾ ਰਿਹਾ ਉਹਦੇ ਬਾਰੇ। ਅਤੇ
ਉਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ ਉਹਨਾਂ ਦੀ ਕੋਸ਼ਿਸ਼ ਹੈਗੀ ਆ ਕਿ ਜਿਹੜਾ ਸੋਸ਼ਲ ਸਪੈਂਡਿੰਗ ਬਿੱਲ ਆ ਉਹਦੇ ਨਾਲ ਜੋੜ ਕੇ ਇਹਨੂੰ ਜਿਹੜਾ ਰੀਕਨਸੀਲੇਸ਼ਨ ਦੇ ਪ੍ਰੋਸੈਸ ਦੁਆਰਾ ਪਾਸ ਕਰਾਇਆ ਜਾਵੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਹ ਨਾ ਹੋਇਆ ਤਾਂ ਉਹਨਾਂ ਨੂੰ 60 ਵੋਟਾਂ ਜਿਹੜੀਆਂ ਉਹ ਸੈਨੇਟ 'ਚ ਨਹੀਂ ਮਿਲਣੀਆਂ ਤੇ ਉਹਦੇ ਕਰਕੇ ਇਹ ਪਾਸ ਨਹੀਂ ਹੋਣਾ। 2 ਵਾਰੀ ਜਿਹੜੀਆਂ ਹੈਗੀਆਂ ਪ੍ਰਪੋਜ਼ਲਸ ਉਹ ਜਿਹੜਾ ਸੈਨੇਟ ਪਾਰਲੀਮੈਂਟੇਰੀਅਨ ਆ ਉਹਨੂੰ ਭੇਜ ਚੁੱਕੇ ਨੇ, ਆਪਾਂ ਦੱਸਿਆ ਆਪਣੇ ਪਿਛਲੇ ਪ੍ਰੋਗਰਾਮਾਂ 'ਚ, ਤੇ ਉਹ ਉਹਨਾਂ ਨੇ ਰਿਜੈਕਟ ਕਰਤੀਆਂ ਵੀ ਇਹ ਤੁਸੀਂ ਜਿਹੜਾ ਸਪੈਂਡਿੰਗ ਬਿੱਲ ਆ ਜਾਂ ਬਜਟ ਆ ਇਹਦੇ ਨਾਲ ਨਹੀਂ ਜੋੜ ਸਕਦੇ। ਹੁਣ ਹਾਊਸ ਦੇ ਵਿੱਚ ਦੁਬਾਰਾ ਜਿਹੜੀ ਹੈਗੀ ਆ ਉਹ ਮੂਵਮੈਂਟ ਸ਼ੁਰੂ ਹੋਈ ਆ ਤੇ ਹੁਣ ਕੋਸ਼ਿਸ਼ ਹੈਗੀ ਆ ਕਿ ਜਿਹੜੇ ਦੋਨੇ ਹੀ ਬਿੱਲ ਨੇ, ਜਿਹੜਾ ਇੱਕ ਤਾਂ ਇਨਫਰਾਸਟਰਕਚਰ ਦਾ ਤੇ ਇੱਕ ਜਿਹੜਾ ਇਹ ਹੈਗਾ ਸਪੈਂਡਿੰਗ ਬਿੱਲ ਵੀ, ਇਹਨੂੰ ਪਾਸ ਕੀਤਾ ਜਾਵੇ। ਤੇ ਉਹ ਪਾਸ ਕੀਤੇ ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਵਾਸਤੇ $100 ਬਿਲੀਅਨ ਰੱਖਿਆ ਤੇ ਉਹਦੇ ਵਿੱਚ ਇਹ ਰੱਖਿਆ ਗਿਆ ਕਿ ਇਮੀਗ੍ਰੇਸ਼ਨ ਜਿਹੜੀ ਆ ਉਹਦਾ ਵੀ ਇਹਦੇ ਵਿੱਚ ਇੱਕ ਜਿਹੜੀ ਰੱਖੀ ਆ ਪ੍ਰੋਵੀਜ਼ਨ, ਤੇ ਉਹਦੇ 'ਚ ਪ੍ਰੋਵੀਜ਼ਨ ਜਿਹੜੀ ਆ ਉਹ ਇਹ ਰੱਖੀ ਆ ਵੀ ਇੱਕ ਤਾਂ ਜਿਹੜੀ ਸਰਕਾਰ ਆ ਉਹ $100 ਬਿਲੀਅਨ ਆਥੋਰਾਈਜ਼ ਕਰੇਗੀ ਇਮੀਗ੍ਰੇਸ਼ਨ ਦੇ ਜਿਹੜੇ ਕੰਮ ਨੇ ਜਾਂ ਜਿਹੜੇ ਗਾਂਹ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਲੋੜ ਪੈਣੀ ਆ ਉਹਦੇ ਲਈ। ਪਰ ਉਹਦੇ ਨਾਲ ਹੁਣ ਸਹਿਮਤੀ ਇੱਥੇ ਬਣਦੀ ਜਾਂਦੀ ਆ ਕਿ ਸਾਰਿਆਂ ਨੂੰ ਜਿਹੜੇ ਬੰਦੇ 2010 ਤੋਂ ਪਹਿਲਾਂ ਦੇ ਆਏ ਆ ਜਾਂ ਉਸ ਤੋਂ ਬਾਅਦ ਵੀ ਕੋਈ ਡੇ ਹੋ ਸਕਦਾ ਫਿਕਸ, ਉਦੋਂ ਤੱਕ 5 ਸਾਲ ਦੇ ਵਰਕ ਪਰਮਿਟ ਦਿਓ ਇੱਥੇ ਕੰਮ ਕਰਨ ਲਈ, ਤੇ ਇੱਕ ਵਾਰੀ ਉਹ ਹੋਰ ਰਿਨਿਊ ਹੋਣਗੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਦੇਖੀ ਜਾਊਗੀ ਵੀ ਇਹਨਾਂ ਨੂੰ ਗਾਂਹ ਪੱਕੇ ਕਰਨ ਬਾਰੇ ਕੀ ਕਰਨਾ, ਕਿਉਂਕਿ ਗ੍ਰੀਨ ਕਾਰਡ ਜਿਹੜਾ ਹੈਗਾ ਉਹਦੇ ਉੱਤੇ ਸਹਿਮਤੀ ਨਹੀਂ ਬਣ ਰਹੀ। ਦੂਜੀ ਪ੍ਰਪੋਜ਼ਲ ਜਿਹੜੀ ਉਹ ਹੈਗੀ ਆ ਵੀ ਜਿਹੜੀ ਰਜਿਸਟਰੀ ਆ ਉਹਦੇ 'ਚ ਡੇਟ ਹੁਣ 1972 ਦੀ ਆ, ਉਹਨੂੰ ਮੂਵ ਕਰਕੇ 2010 ਤੇ ਲਿਆ ਜਾਵੇ। ਇਹ ਰਜਿਸਟਰੀ ਕੀ ਆ? ਇਹ ਬੇਸਿਕਲੀ ਇਮੀਗ੍ਰੇਸ਼ਨ ਦੇ ਲਾਅ ਦੇ ਵਿੱਚ ਆ ਕਿ ਜਿਹੜੇ ਬੰਦੇ 1972 ਤੋਂ ਪਹਿਲਾਂ ਅਮਰੀਕਾ ਦੇ ਵਿੱਚ ਐਂਟਰ ਹੋਏ ਤੇ ਰਹਿ ਰਹੇ ਨੇ ਉਹਨਾਂ ਬੰਦਿਆਂ ਨੂੰ ਇੱਥੇ ਗ੍ਰੀਨ ਕਾਰਡ ਮਿਲ ਸਕਦਾ। ਉਹ ਜਿਹੜੀ ਡੇਟ ਆ 1972 ਦੀ, ਉਹਦਾ ਹੁਣ 1972 ਨੂੰ ਤਾਂ ਇੰਨੇ ਸਾਲ ਹੋ ਗਏ, ਆਲਮੋਸਟ 50 ਸਾਲ ਹੋਣ ਵਾਲੇ ਆ, ਤੇ ਇੰਨੀ ਦੇਰ ਤੱਕ ਕੋਈ ਬੰਦਾ ਜਿਹੜੀ ਸੈਂਸ ਹੀ ਨਹੀਂ ਬਣਦੀ ਵੀ ਇੰਨੀ ਦੇਰ ਕੱਚਾ ਰਹੂਗਾ ਅਮਰੀਕਾ 'ਚ। ਤੇ ਇਸ ਕਰਕੇ ਉਹ ਇਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਡੇਟ ਨੂੰ ਮੂਵ ਕਰਕੇ ਜਿਹੜੀ ਆ 2010 ਤੇ ਲੈ ਜਾਣ। ਜੇ ਉਹ ਹੋ ਗਏ ਕਾਮਯਾਬ, ਸੰਭਵ ਹੋ ਗਿਆ ਤਾਂ ਉਹ ਬਹੁਤ ਵੱਡੀ ਰਿਲੀਫ ਹੋਏਗੀ। ਉਹਦੇ 'ਚ ਇੱਕ ਤਾਂ ਜਿੰਨੇ ਵੀ ਡਰੀਮਰ ਹੈਗੇ ਸਾਰੇ ਜਿਹੜੇ ਡਾਕਾ ਵਾਲੇ ਆ ਉਹ ਸਾਰੇ ਆ ਜਾਣਗੇ ਉਹਦੇ 'ਚ, ਪਲੱਸ ਨਾਲ ਜਿਹੜੇ ਹੋਰ ਲੋਕ ਵੀ 2010 ਤੋਂ ਪਹਿਲਾਂ ਦੇ ਇੱਥੇ ਰਹਿ ਰਹੇ ਨੇ ਅਨਡਾਕੂਮੈਂਟਡ, ਉਹ ਸਾਰੇ ਪੱਕੇ ਹੋ ਸਕਦੇ ਆ। ਉਹਦੇ ਵਿੱਚ ਮੇਨਲੀ ਇਹੀ ਸ਼ੋਅ ਕਰਨਾ ਪੈਂਦਾ ਵੀ ਬੰਦਾ ਇੱਥੇ ਰਿਹਾ ਹੋਵੇ, ਕੋਈ ਉਹਦਾ ਕ੍ਰਿਮੀਨਲ ਰੈਕਡ ਨਾ ਹੋਵੇ, ਕੋਈ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨਾ ਹੋਵੇ, ਤੇ ਉਹਦੇ ਖਿਲਾਫ ਕੋਈ ਹੋਰ ਸੰਗੀਨ ਜਿਹੜਾ ਅਪਰਾਧ ਹੈ, ਖਾਸ ਕਰਕੇ ਫੈਲਨੀ ਵਗੈਰਾ ਕ੍ਰਿਮੀਨਲ ਜਾਂ ਹੋਰ ਕਿਸਮ ਦਾ ਕੋਈ ਫਰਾਡ ਉਹਦਾ ਨਾ ਹੋਵੇ। ਇਸ ਤੋਂ ਇਲਾਵਾ ਜੇ ਉਹ ਰਹਿ ਰਿਹਾ ਤੇ ਸਿਰਫ ਇਹੀ ਚਾਰਜ ਹੈ ਕਿ ਇਮੀਗ੍ਰੇਸ਼ਨ ਲਾ ਦੀ ਵਾਇਲੇਸ਼ਨ ਹੈ ਵੀ ਉਹਨੇ ਓਵਰਸਟੇ ਕੀਤਾ ਆ ਜਾਂ ਡੈਪੋਟੇਸ਼ਨ ਵਗੈਰਾ ਲੱਗੀ ਆ, ਉਹਦੇ 'ਚ ਮਾਫ ਹੋ ਸਕਦੀ ਆ। ਪਰ ਜਿਹੜਾ ਕ੍ਰਿਮੀਨਲ ਜੇ ਹੈਗੇ ਕੌਨਸੀਕੁਐਂਸਿਸ ਉਹ ਨਹੀਂ ਮਾਫ ਹੁੰਦੇ। ਸੋ ਉਹ ਕਰਨ ਦੀ ਕੋਸ਼ਿਸ਼ ਹੈਗੀ ਸਰਕਾਰ ਦੀ ਕਿ ਉਹ ਹੋ ਜਾਵੇ। ਹੁਣ ਦੇਖਣ ਵਾਲੀ ਗੱਲ ਆ ਵੀ ਕੀ ਹੁੰਦਾ। ਆਹ ਵੀਕ ਤੇ ਅਗਲਾ ਵੀਕ, ਇਹ 2 ਹਫ਼ਤੇ ਬੜੇ ਕਰੂਸ਼ਲ ਆ। ਇਹਦੇ ਬਾਰੇ ਮੈਂ ਦੱਸਦਾ ਵੀ ਪਿਛਲੇ ਹਫ਼ਤੇ ਅਸੀਂ ਲਾਸ ਐਂਜਲਸ ਵਿੱਚ ਉੱਥੇ ਇੱਕ ਡਾਕਟਰ ਆਸਿਫ ਮਹਿਮੂਦ ਨੇ, ਮੇਰੇ ਮਿੱਤਰ, ਉਹਨਾਂ ਦੇ ਘਰ ਵਿਖੇ ਜਿਹੜੇ US ਦੇ ਆਪਣੇ ਕੈਲੀਫੋਰਨੀਆ ਦੇ ਸੈਨੇਟਰ ਨੇ ਪੜੀਆ, ਉਹਨਾਂ ਨਾਲ ਸਾਡੀ ਜਿਹੜੀ ਹੈਗੀ ਆ ਉਹ ਐਲੈਕਸ ਪੜੀਆ, ਉਹਨਾਂ ਨਾਲ ਗੱਲਬਾਤ ਹੋਈ। ਉਹ ਸੈਨੇਟ ਦੀ ਜੁਡੀਸ਼ਰੀ ਕਮੇਟੀ ਦੇ ਵੀ ਮੈਂਬਰ ਨੇ ਤੇ ਜਿਹੜੀ ਸੈਨੇਟ ਦੀ ਇਮੀਗ੍ਰੇਸ਼ਨ ਦੀ ਸਬ ਕਮੇਟੀ ਹੈ ਜਿਹੜੀ ਇਮੀਗ੍ਰੇਸ਼ਨ ਦੇ ਕਾਨੂੰਨ ਬਣਾਉਂਦੀ ਆ ਉਹਦੇ ਵੀ ਚੇਅਰਮੈਨ ਨੇ। ਤੇ ਉਹਦੇ ਨਾਲ ਸਾਡੀ ਪਿਛਲੇ ਹਫ਼ਤੇ ਹੀ ਬੇ ਏਰੀਏ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਸੈਨੇਟਰ ਜਿਹੜੇ ਨਿਊ ਜਰਸੀ ਤੋਂ ਹੈਗੇ ਕੋਰੀ ਬੁੱਕਰ, ਉਹਨਾਂ ਨਾਲ ਹੋਈ। ਉਹ ਵੀ ਜੁਡੀਸ਼ਰੀ ਕਮੇਟੀ ਦੇ ਮੈਂਬਰ ਨੇ ਤੇ ਇਮੀਗ੍ਰੇਸ਼ਨ ਦੀ ਜਿਹੜੀ ਸਬ ਕਮੇਟੀ ਆ ਉਹਦੇ ਮੈਂਬਰ ਨੇ ਜਿਹੜੇ ਆ ਕਾਨੂੰਨ ਬਣਾ ਰਹੀ ਆ। ਸੋ ਉਹਨਾਂ ਨਾਲ ਮੈਂ ਬੜੀ ਡਿਟੇਲ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਡਿਸਕਸ ਕੀਤੀ ਆ। ਤੇ ਉੱਥੇ ਡਾਕਟਰ ਆਸਿਫ ਵੀ ਸੀਗੇ ਤੇ ਹੋਰ ਵੀ ਜਿਹੜੇ ਹੈਗੇ ਕੁਝ ਜਿਹੜੇ ਥੋੜ੍ਹੇ ਜਿਹੇ ਗਿਣੇ ਚੁਣੇ ਲੋਕ ਸੀ। ਤੇ ਮੇਰੇ ਨਾਲ ਇਕੱਲਿਆਂ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ, ਦੋਨਾਂ ਨੇ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਕੰਸਰਨ ਜਿਹੜੇ ਨੇ ਉਹ ਇੱਕ ਤਾਂ ਇਹ ਆ ਵੀ ਜਿਹੜੇ ਪੋਲੀਟੀਕਲ ਅਸਾਈਲਮ ਦੇ ਬੰਦੇ ਰਿਨਿਊ ਕਰਾਉਂਦੇ ਆ ਵਰਕ ਪਰਮਿਟ, ਉਹਨਾਂ ਨੂੰ ਤਕਰੀਬਨ 8 ਤੋਂ 10 ਮਹੀਨੇ ਲੱਗ ਰਹੇ ਆ ਰਿਨਿਊ ਹੋਣ ਵਾਸਤੇ। ਬਹੁਤ ਜ਼ਿਆਦਾ ਟਾਈਮ ਇਹਨੂੰ ਘੱਟ ਹੋਣਾ ਚਾਹੀਦਾ। ਉਹ ਕਹਿੰਦੇ ਵੀ ਸਾਨੂੰ ਲਿਖ ਕੇ ਭੇਜੋ ਵੀ ਅਸੀਂ ਚੇਂਜਸ ਕਰ ਰਹੇ ਹਾਂ ਤੇ ਅਸੀਂ ਉਹਨੂੰ ਅੱਗੇ ਫਾਰਵਰਡ ਕਰਾਂਗੇ। ਦੂਜਾ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਬੈਸੀ ਆ ਜਿਹੜੀ ਕਿ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਇੰਟਰਵਿਊਆਂ ਹੁੰਦੀਆਂ ਇਮੀਗ੍ਰੈਂਟ ਵੀਜ਼ਿਆਂ ਦੀਆਂ, ਉਹ ਚੇਂਜ ਹੋ ਕੇ ਦਿੱਲੀ ਹੋਣੀਆਂ ਚਾਹੀਦੀਆਂ, ਕਿਉਂਕਿ ਪੰਜਾਬ ਵਾਲਿਆਂ ਨੂੰ ਜਿਹੜਾ ਹੈਗਾ ਮੁੰਬਈ ਜਾਣਾ ਬਹੁਤ ਔਖਾ, ਤੇ ਦਿੱਲੀ ਜੇ ਹੋ ਜਾਣ
ਤਾਂ ਉਹਦੇ ਨਾਲ ਇੱਕ ਤਾਂ ਸੌਖਾ ਹੋਊਗਾ, ਇੱਕ ਨਾਲੇ ਥੋੜ੍ਹਾ ਜਿਹਾ ਬੈਕਲੌਗ ਜਿਹੜਾ ਇੰਨੀ ਦੇਰ ਤੋਂ ਚੱਲ ਰਿਹਾ ਉਹਨੂੰ ਵੀ ਰਿਮੂਵ ਕਰਨ ਵਾਸਤੇ ਮਦਦ ਹੋਏਗੀ। ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਸਟੇਟ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਅਤੇ ਸਾਨੂੰ ਤੁਸੀਂ ਲਿਖ ਕੇ ਜਿਹੜਾ ਹੈਗਾ ਲੈਟਰ ਭੇਜੋ। ਉਹ ਮੈਂ ਲੈਟਰ ਉਹਨਾਂ ਨੂੰ ਲਿਖ ਕੇ ਭੇਜ ਦਿੱਤੀ ਆ। ਅਤੇ ਤੀਸਰੀ ਜਿਹੜੀ ਗੱਲ ਸੀ ਇਹਦੇ ਬਾਰੇ ਹੋ ਰਹੀ ਸੀ ਰਿਫੋਰਮ ਬਾਰੇ, ਉਹ ਕਹਿੰਦੇ ਸੀ ਵੀ ਅਸੀਂ ਬੜੇ ਹੋਪਫੁਲ ਹਾਂ ਅਤੇ ਸਾਨੂੰ ਲੱਗਦਾ ਵੀ ਇਹੀ ਸਾਡਾ ਮੌਕਾ ਆ ਕਿ ਜਿਹੜਾ ਰੀਕਨਸੀਲੇਸ਼ਨ ਪ੍ਰੋਸੈਸ ਆ ਇਹਦੇ ਵਿੱਚ ਜੋੜ ਕੇ ਕਰੀਏ, ਕਿਉਂਕਿ ਉੱਦਾਂ ਜੇ ਲਾ ਲਿਆਂਦਾ ਤਾਂ ਉਹਦੇ 'ਚ 60 ਸਾਨੂੰ ਵੋਟਾਂ ਚਾਹੀਦੀਆਂ ਸੈਨੇਟ ਦੇ ਵਿੱਚ, ਜੋ ਕਿ ਸੰਭਵ ਨਹੀਂ, ਕਿਉਂਕਿ ਹੁਣ 50-50 ਹੈਗੇ, 50 ਡੈਮੋਕਰੈਟ 50 ਰਿਪਬਲਿਕਨ, ਅਤੇ ਰਿਪਬਲਿਕਨ ਜਿਹੜੀ ਸਾਈਡ ਆ ਉਹਦੇ ਵਿੱਚੋਂ ਜ਼ਿਆਦਾ ਬੰਦੇ ਇਹਨਾਂ ਨਾਲ ਨਹੀਂ ਲੱਗ ਰਹੇ, ਜਿਹਦੇ ਕਰਕੇ ਉਹ ਪਾਸ ਨਹੀਂ ਹੋਣਾ। ਅਤੇ ਰੀਕਨਸੀਲੇਸ਼ਨ ਦੇ ਵਿੱਚ ਲਿਆ ਕੇ ਉਹ ਕਹਿੰਦੇ ਆ ਵੀ ਅਸੀਂ ਇਹਨੂੰ ਪਾਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਹ ਤਾਂ ਹੋਪਫੁਲ ਸੀ, ਕਹਿੰਦੇ ਵੀ ਹੋਣਾ ਚਾਹੀਦਾ ਅਤੇ ਅਸੀਂ ਪੂਰਾ ਜ਼ੋਰ ਲਾਇਆ ਹੋਇਆ। ਸੋ ਦੇਖੋ ਇਹਦੇ ਬਾਰੇ ਹੁਣ ਕੀ ਜਿਹੜੀ ਹੈਗੀ ਆ ਉਹ ਗੱਲਬਾਤ ਅੱਗੇ ਹੁੰਦੀ ਆ, ਪਰ ਮੈਂ ਸੰਪਰਕ 'ਚ ਹੈਗਾ ਇਹਨਾਂ ਗੱਲਾਂ ਬਾਰੇ, ਅਤੇ ਜਿਵੇਂ ਜਿਵੇਂ ਕੋਈ ਅਪਡੇਟ ਆਏਗੀ ਉਹ ਤੁਹਾਨੂੰ ਅਸੀਂ ਜਿਹੜੀ ਹੈਗੀ ਆ ਦੱਸਦੇ ਰਹਾਂਗੇ। ਇਹ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਵੀਜ਼ਾ ਬੁਲੇਟਿਨ ਬਾਰੇ। ਨਵੰਬਰ ਦਾ ਵੀਜ਼ਾ ਬੁਲੇਟਿਨ ਜਿਹਦੀ ਸਾਨੂੰ ਉਡੀਕ ਸੀ ਉਹ ਆ ਗਿਆ, ਪਰ ਜਿਹੜੀਆਂ ਆਪਣੀਆਂ ਕੈਟੇਗਰੀਆਂ ਨੇ ਖਾਸ ਕਰਕੇ ਫੈਮਿਲੀ ਇਮੀਗ੍ਰੇਸ਼ਨ ਦੀਆਂ ਉਹ ਜ਼ਿਆਦਾ ਮੂਵ ਨਹੀਂ ਹੋਈਆਂ। ਉਹਦੀ ਮੂਵਮੈਂਟ ਬਹੁਤ ਘੱਟ ਹੈ, ਜੋ ਕਿ ਸਾਨੂੰ ਉਮੀਦ ਸੀ ਵੀ ਜ਼ਿਆਦਾ ਹੋਏਗਾ, ਪਰ ਉਹ ਜ਼ਿਆਦਾ ਮੂਵਮੈਂਟ ਨਹੀਂ ਹੋਈ। ਸੋ ਜਿਹੜੀ F4 ਕੈਟੇਗਰੀ ਆ, ਇਹ ਕੈਟੇਗਰੀ ਹੈਗੀ ਜਿਹੜੇ US ਆਪਣੇ ਸਿਟੀਜ਼ਨ ਨੇ ਉਹਨਾਂ ਦੇ ਭੈਣ ਭਰਾ ਦੀ ਕੈਟੇਗਰੀ। ਇਹਦੇ 'ਚ ਹੁਣ ਚੱਲ ਰਿਹਾ ਜੀ ਨਵੰਬਰ ਦੇ ਵੀਜ਼ਾ ਬੁਲੇਟਿਨ ਦੇ ਵਿੱਚ 15 ਸਤੰਬਰ 2005। F3 ਕੈਟੇਗਰੀ ਆ ਜਿਹੜੇ ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ, ਇਹਦੇ ਚੱਲ ਰਿਹਾ 22 ਨਵੰਬਰ 2008। ਜਿਹੜੀ F2B ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਅਨਮੈਰਿਡ ਬੱਚੇ ਦੀ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਸਿਰਫ ਅਨਮੈਰਿਡ ਬੱਚੇ ਲਈ ਅਪਲਾਈ ਕਰ ਸਕਦਾ, ਮੈਰਿਡ ਲਈ ਨਹੀਂ। ਉੱਥੇ ਚੱਲ ਰਿਹਾ ਜੀ 22 ਸਤੰਬਰ 2015। ਜਿਹੜੀ F2A ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਦੀ, ਉਹ ਕਰੰਟ ਆ। ਜਿਹੜੀ F1 ਕੈਟੇਗਰੀ ਆ ਉਹ ਚੱਲ ਰਿਹਾ ਜੀ 1 ਦਸੰਬਰ 2014। ਅਤੇ ਜਿਹੜੀਆਂ ਡੇਟਾਂ 'ਤੇ ਹੁਣ ਪੇਪਰ ਜਿਹੜੇ ਆ ਉਹ ਮੰਗ ਰਹੇ ਨੇ ਨੈਸ਼ਨਲ ਵੀਜ਼ਾ ਸੈਂਟਰ ਵਾਲੇ ਇਹਨਾਂ ਹੀ ਕੈਟੇਗਰੀਆਂ 'ਚ, ਉਹ ਆ F4 ਕੈਟੇਗਰੀ ਜਿਹੜੀ ਆ ਉਹਦੇ ਵਿੱਚ ਜਿਹੜੇ ਪੇਪਰ ਮੰਗਣ ਦੀ ਜਿਹੜੀ ਡੇਟ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਕੀ ਆ, ਕਿਉਂਕਿ ਸਾਨੂੰ ਉਮੀਦ ਸੀਗੀ ਵੀ ਇਹ ਜਿਹੜੀਆਂ ਕੈਟੇਗਰੀਆਂ ਹੈਗੀਆਂ ਇਹ ਬੜੀਆਂ ਫਾਸਟ ਮੂਵ ਹੋਣਗੀਆਂ ਅੱਗੇ ਨਾਲੋਂ, ਪਰ ਪਤਾ ਨਹੀਂ ਕੀ ਕਾਰਨ ਹੈ ਕਿ ਕਿਉਂ ਇਹਦੇ 'ਚ ਇੰਨੀ ਜ਼ਿਆਦਾ ਡਿਲੇ ਆ। ਕਿਉਂਕਿ ਇੰਨੀ ਡਿਲੇ ਹੋਣ ਦੇ ਨਾਲ ਜਿਹੜਾ ਹੈਗਾ ਉਹ ਬਹੁਤ ਨੁਕਸਾਨ ਹੋ ਰਿਹਾ। ਕਈ ਬੱਚੇ ਏਜ ਆਊਟ ਹੋ ਰਹੇ ਨੇ, ਕਈ ਜਿਹੜੇ ਆ ਉਹ ਇਸ ਗੱਲੋਂ ਆਉਣ ਤੋਂ ਉਹਨਾਂ ਨੇ ਜਿਹੜੀ ਹੈਗੀ ਐਡਮਿਸ਼ਨਾਂ ਵੀ ਨਹੀਂ ਲਈਆਂ, ਅੱਗੇ ਪੜ੍ਹਾਈ ਵੀ ਨਹੀਂ ਕੰਟੀਨਿਊ ਕੀਤੀ, ਅਤੇ ਇੰਨਾ ਸਲੋ ਪ੍ਰੋਸੈਸ ਹੈ ਜੋ ਕਿ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਤੇਜ਼ ਕਰਨਾ ਚਾਹੀਦਾ। ਅਤੇ F4 ਕੈਟੇਗਰੀ ਦੇ ਵਿੱਚ ਜਿਹੜੀ ਡੇਟ ਨੂੰ ਪੇਪਰ ਮੰਗ ਰਹੇ ਨੇ ਇੰਡੀਆ ਦੇ ਉਹ ਹੈਗੇ ਆ 1 ਜਨਵਰੀ 2006। F3 ਕੈਟੇਗਰੀ ਜਿਹੜੀ ਆ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਉਹ ਹੈਗਾ 22 ਅਗਸਤ 2009। F2B ਕੈਟੇਗਰੀ ਆ ਗ੍ਰੀਨ ਕਾਰਡ ਦੇ ਜਿਹੜੇ ਓਵਰ 21 ਅਨਮੈਰਿਡ ਬੱਚੇ ਆ 22 ਸਤੰਬਰ 2016। F2A ਹੈਗੀ ਆ ਜੀ 1 ਜੂਨ 2021 ਅਤੇ F1 ਹੈਗੀ 15 ਮਈ 2016। ਸੋ ਇਹਦੇ 'ਚ ਜਿਹੜੀ F4 ਕੈਟੇਗਰੀ ਹੈਗੀ ਭਰਾ ਭੈਣ ਦੇ ਜਿਹੜੇ US ਸਿਟੀਜ਼ਨ ਦੇ ਵਿੱਚ ਕੋਈ ਸਿਗਨੀਫਿਕੈਂਟ ਇੰਪਰੂਵਮੈਂਟ ਨਹੀਂ ਹੋਈ, ਅਤੇ ਕੋਈ ਜ਼ਿਆਦਾ ਮੂਵਮੈਂਟ ਜਿਹੜੀ ਆ ਉਹ ਨਹੀਂ ਦੇਖਣ ਨੂੰ ਮਿਲੀ, ਜੋ ਕਿ ਬਹੁਤ ਜ਼ਿਆਦਾ ਜਿਹੜੀ ਆ ਉਹ ਅਨਫੋਰਚੂਨੇਟ ਗੱਲ ਆ, ਕਿਉਂਕਿ ਸਾਨੂੰ ਉਮੀਦ ਸੀ ਵੀ ਅੱਗੇ ਤੁਰੇਗਾ। ਇਹਦੇ ਨਾਲ ਸਿਮਿਲਰਲੀ ਜਿਹੜੇ US ਸਿਟੀਜ਼ਨ ਦੇ ਵਿਆਹ ਦੇ ਕੇਸ ਨੇ, ਹਾਲਾਂਕਿ ਉਹਦੇ ਵਿੱਚ ਕੋਈ ਜਿਹੜੀ ਪ੍ਰਾਇਓਰਟੀ ਡੇਟ ਨਹੀਂ ਹੁੰਦੀ ਉਹ ਕਰੰਟ ਆ, ਉਹਦੇ ਵਿੱਚ ਵੀ ਕੋਈ ਜ਼ਿਆਦਾ ਮੂਵਮੈਂਟ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲੀ, ਕਿਉਂਕਿ ਕਾਫੀ ਬੈਕਲੌਗ ਆ, ਕਾਫੀ ਸਲੋ ਚੱਲ ਰਿਹਾ ਜਿਹੜਾ ਪ੍ਰੋਸੈਸ ਆ, ਜੋ ਕਿ ਹੁਣ ਫਾਸਟ ਹੋਣਾ ਚਾਹੀਦਾ। ਅਤੇ ਇਹਦੇ ਨਾਲ ਨਾਲ ਜਿਹੜੀ ਹੋਰ ਖਬਰ ਇੰਪੋਰਟੈਂਟ ਆ ਉਹ ਇਹ ਹੈਗੀ ਆ ਕਿ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਨੇ ਖਾਸ ਕਰਕੇ ਇੰਡੀਆ ਦੇ, ਉਹ ਹੁਣ ਅੱਗੇ ਨਾਲੋਂ ਜਿਹੜੇ ਹੈਗੇ ਪਾਸ ਹੋ ਰਹੇ ਨੇ, ਅਤੇ ਅੱਗੇ ਨਾਲੋਂ ਜ਼ਿਆਦਾ ਪਾਸ ਹੋ ਰਹੇ ਨੇ। ਸਾਡੀਆਂ 4 ਡੇਟਾਂ ਸੀਗੀਆਂ ਪਿਛਲੇ ਹਫ਼ਤੇ ਦੇ ਵਿੱਚ, ਅਤੇ ਉਹ ਚਾਰੇ ਕੇਸ ਪਾਸ ਹੋਏ ਆ। ਉਹ 'ਚੋਂ ਇੱਕ ਸ਼ਿਕਾਗੋ ਪਾਸ ਹੋਇਆ, 2 ਨਿਊਯਾਰਕ ਪਾਸ ਹੋਏ ਨੇ, ਅਤੇ ਇੱਕ ਸਾਡਾ ਸੈਨ ਫਰਾਂਸਿਸਕੋ ਕੈਲੀਫੋਰਨੀਆ ਪਾਸ ਹੋਇਆ। ਸੋ ਇਸ ਤਰ੍ਹਾਂ ਜਿਹੜੇ ਕੇਸਿਸ ਹੈਗੇ ਉਹ ਪਾਸ ਹੁੰਦੇ ਨੇ। ਅਤੇ ਇੱਕ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਡਿਸੀਜਨ ਆਇਆ ਬੜਾ ਇੰਪੋਰਟੈਂਟ, ਥੋੜ੍ਹਾ ਜਿਹਾ ਟੈਕਨੀਕਲ ਆ, ਪਰ ਤੁਹਾਨੂੰ ਫਿਰ ਵੀ ਜਿਹੜਾ ਹੈਗਾ ਆਸਾਨ ਲੈਂਗੁਏਜ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕੀ ਆ। ਇਹ ਕਹਿ ਰਹੇ ਨੇ BIA ਵਾਲੇ ਕਿ ਨੋਟਿਸ ਟੂ ਅਪੀਅਰ ਦੈਟ ਡਜ਼ ਨਾਟ ਸਪੈਸੀਫਾਈ ਦ ਟਾਈਮ ਔਰ ਪਲੇਸ ਆਫ ਰਿਸਪੋਂਡੈਂਟਸ ਇਨੀਸ਼ੀਅਲ ਰਿਮੂਵਲ ਹੀਅਰਿੰਗ ਡਜ਼ ਨਾਟ ਐਂਡ ਦ ਅਕਰੂਅਲ ਆਫ ਫਿਜ਼ੀਕਲ ਪ੍ਰੈਜ਼ੈਂਸ ਫॉर ਪਰਪਸਿਸ ਆਫ ਵੋਲੰਟਰੀ ਡਿਪਾਰਚਰ at the conclusion of removal proceedings under section 240BB of the Immigration and Nationality Act, even if the respondent is later served with a notice of hearing specifying this information.
ये केस का नाम हैगा मैटर ऑफ MFO रिस्पोंडेंट, तो ये डिसाइड होया जी नवंबर 4 2021 नूं। तो ये बेसिकली जिहड़ा हैगा वो ये कह रहे आ कि जिहड़ा जदों भी किसी बंदे नूं रिमूवल प्रोसीडिंग दे विच पाया जांदा, जदों किसी बंदे दा केस कोर्ट 'च भेजिया जांदा तो उन्होंने असीं कहने आ भी रिमूवल प्रोसीडिंग 'च पाता, उह 'च एंटी दिता जांदा कि नोटिस टू अपीयर। ਉਹਦੇ ਚਾਰजेस ਲਾਏ ਜਾਂਦੇ ਨੇ कि क्यों तेरा केस ਅਸੀਂ मतलब कोर्ट 'ਚ भेज रहे हैं, क्यों ਤੈਨੂੰ रिमूवल प्रोसीडिंग 'ਚ पा रहे हैं। तो ਇਹ 'ਚੋਂ कह रहे हैं भी ਜਿਹੜਾ नोटिस टू अपीयर आ, जे ਉਹਦੇ ਵਿੱਚ ਜਿਹੜਾ इनीशियल ਆ ਜਿਹੜਾ ਪਹਿਲਾ ਉਹਦੇ ਵਿੱਚ ਜੇ टाइम ਤੇ प्लेस ਜਿਹੜੀ ਉਹਦੀ डेट ਆ हेयरिंग ਦੀ ਹੋਊਗੀ कोर्ट 'ਚੋਂ नहीं लिखिया, ਇਹ लिखिया कि हेयरिंग ਦੀ डेट ਜਿਹੜੀ ਹੈਗੀ ਦੱਸੀ ਜਾਊਗੀ ਜਾਂ ਬਾਅਦ 'ਚ ਲੈਟਰ ਆਊਗਾ, तो ਉਹਦੇ ਨਾਲ ਉਹ ਕਹਿੰਦੇ ਆ भी ਇਹ ਜਿਹੜੀ ਇਨਫੋਰਮੇਸ਼ਨ ਆ ਇਹ ਸਮਝ ਆਊਗਾ भी ਉਹ ਡੈਫੀਸ਼ੈਂਟ ਆ, ਇਨਫੋਰਮੇਸ਼ਨ ਕੰਪਲੀਟ ਨਹੀਂ ਹੈਗੀ। तो ਉਹਦੇ ਕਰਕੇ ਜਿਹੜੀ ਉਹਦੀ ਫਿਜ਼ੀਕਲ ਪ੍ਰੈਜ਼ੈਂਸ ਹੈ ਅਮਰੀਕਾ ਦੇ ਵਿੱਚ ਉਹ ਉਸ ਪੁਆਇੰਟ ਕਰਕੇ ਰੋਕੀ ਨਹੀਂ ਜਾਊਗੀ। ਇਸੇ ਪੁਆਇੰਟ ਤੇ ਅਸੀਂ ਇੱਕ ਬੰਦਾ ਪਿਛਲੇ ਹਫਤੇ ਟੈਕਸਸ ਜੇਲ੍ਹ ਦੇ ਵਿੱਚੋਂ ਛੁਡਾਇਆ। ਉਹਦੇ ਤੇ ਇੱਕ ਗ੍ਰੀਨ ਕਾਰਡ ਹੋਲਡਰ ਸੀ, ਕ੍ਰਿਮੀਨਲ ਕੇਸ ਚੱਲਦਾ ਸੀ, ਤੇ ਉਹ ਅਸੀਂ ਉਹਦੀ ਜਿਹੜੀ ਹੈਗੀ ਪੈਰਵੀ ਕੀਤੀ। ਉਹ ਜਦੋਂ ਉਹ ਸਜ਼ਾ ਖਤਮ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਇਮੀਗ੍ਰੇਸ਼ਨ ਨੂੰ ਦੇਤਾ, क्योंकि जे मतलब किसी को क्रिमिनल केस सजा हुई हो, चाहे ग्रीन कार्ड होल्डर भी हो, इमीग्रेशन दे देंगे ने। जोड़ा US सिटीजन है वो बाहर आ जाता, वह इमीग्रेशन का कोई संबंध नहीं। तो वो भी चार्जिस का इशू सीगा, उन्होंने जोड़े इनीशियल चार्ज सीगे जिते उन्होंने सज़ा हुई सी, उस तो इलावा होर चार्ज कुछ ऐड किए जोड़ा कि असी ऑब्जैक्ट किया। तो ये जोड़ा कैंसलेशन ऑफ रिमूवल की एक रिलीफ होंगी है ग्रीन कार्ड होल्डर को इत्थे रखने वास्ते, भी जे तुहानूं 5 साल तो वध ग्रीन कार्ड मिले नूं हो गए आ तो तुसीं अमरीका दे विच उन्नी देर तक तुहाडे खिलाफ कोई क्रिमिनल केस नहीं बनया, 5 सालों तो बाद बनया, तुसीं रह सकते हो। उहदे च भी ये टाइम हुंदा भी जिहड़ा जिहड़े टाइम है 5 साल का, वो कदों खत्म हुंदा, कदों तो शुरू हुंदा। शुरू तो खैर वो टाइम उदों हुंदा जदों बंदे नूं जिहड़ा वो ग्रीन कार्ड मिलदा आ, लेकिन वो टाइम उत्थे खत्म हुंदा जदों NTA सर्व हुंदा, जिहदे बारे कि आह केस जिहड़ा क्यों रैलेवेंट है, इहदे बारे मैं तुहानूं दस रहा। तो जदों वो टाइम खत्म हो जाता, जे 5 साल नहीं पूरे होए तो वह बंदा कैंसलेशन की रिलीफ नहीं लै सकता। तो वो भी जोड़ा NTA इशू होया सी वो डेफिशेंट सी, जिहदे करके कि वो टाइम उन्हां दा वो सारा पिछला गिणिया गया। तो जोड़ा NTA इन्हां ने इशू किया ਉਹਦੇ ਵਿੱਚ कई गल्लां नहीं क्लीयर कीतियां, चार्जिस गलत लाते, तो वो NTA ਜਿਹੜਾ ਸੀ ਉਹ फिर ਉਹਨਾਂ ਨੂੰ वापस ਲੈਣਾ ਪਿਆ गवर्नमेंट। ਜਦੋਂ वापस लिया तो ਉਹਦਾ टाइम 5 साल तो उत्ते लंघ के पूरा हो गया, ਜਿਹਦੇ ਕਰਕੇ ਉਹਨੂੰ ਉਹਨਾਂ ਨੇ ਰਿਲੀਜ਼ करता। सो ये बड़ा इंपॉर्टेंट डिसीजन है। तो ये ਜਿਹੜੇ केसां ਦੇ ਵਿੱਚ ਜਿਨ੍ਹਾਂ ਦੇ कोर्टां 'ਚ केस ਚੱਲਦੇ ਨੇ ਉਹਨਾਂ ਲਈ ਰੈਲੇवेंट है भी जे ਤੁਹਾਡੀ ਜਿਹੜੀ ਤੁਹਾਨੂੰ ਇਨੀਸ਼ੀਅਲ ਜਿਹੜਾ NTA ਇਸ਼ੂ ਹੋਇਆ ਜੇ ਉਹਦੇ ਵਿੱਚ डेट ਤੇ टाइम स्पैसीफाई नहीं किया ਜਾਂ ਹੋਰ ਕੋਈ ਉਹਦੇ ਵਿੱਚ कमी आ, वो डेफिशिएंट आ, ਤਾਂ ਤੁਹਾਡਾ ਜਿਹੜਾ ਸਟੇ ਦਾ ਟਾਈਮ ਹੈ ਉਹ ਉੱਥੇ ਬੰਦ ਨਹੀਂ ਹੋਊਗਾ, ਉਹਨੂੰ ਉਹ ਸਟਾਪ ਨਹੀਂ ਕਰ ਸਕਦਾ। ਸੋ ਇਸ ਕਰਕੇ ਡਿਸੀਜਨ ਜਿਹੜਾ ਹੈਗਾ ਉਹ ਬੜਾ ਇੰਪੋਰਟੈਂਟ ਹੈ ਤੇ ਉਹਦੇ ਬਾਰੇ ਤੁਹਾਨੂੰ ਮੈਂ ਆਸਾਨ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਬਹੁਤ ਟੈਕਨੀਕਲ, ਪਰ ਚਲੋ ਜਿੰਨਾ ਵੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਇਮੀਗ੍ਰੇਸ਼ਨ ਦੀਆਂ ਗੱਲਾਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸ ਸਕਾਂ ਤਾਂ ਕਿ ਉਹਦਾ ਸਾਰਿਆਂ ਨੂੰ ਲਾਭ ਹੋ ਸਕੇ। ਸੋ ਇਹ ਸੀਗੀਆਂ ਇੰਪੋਰਟੈਂਟ ਖਬਰਾਂ ਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਦੇਣ ਦਾ ਸਮਾਂ ਹੋ ਗਿਆ। ਸਾਰਿਆਂ ਤੋਂ ਪਹਿਲਾਂ ਤਾਂ मैं थोड़ा सारिਆਂ ਦਾ बहुत ਧੰਨਵਾਦੀ ਹਾਂ ਵੀ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਦੇਖਦੇ ਆ, ਲਾਈਕ ਕਰਦੇ ਆ ਤੇ ਜਿਹੜੇ ਹੈਗੇ ਕਮੈਂਟ ਪਾਉਂਦੇ ਨੇ। ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਤੁਹਾਨੂੰ ਵੱਧ ਤੋਂ ਵੱਧ ਮੈਂ ਜਿਹੜੀ ਹੈਲਪ ਕਰ ਸਕਾਂ ਕੋਈ ਐਡਵਾਈਸ ਦੇ ਕੇ ਉਹ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ। ਅਗਲਾ ਜਿਹੜਾ ਪਹਿਲਾ ਸਵਾਲ ਹੈ ਜੀ ਉਹ ਇਹ ਕਹਿ ਰਹੇ ਆ ਕਿ ਅੰਬੈਸੀ ਦੇ ਵਿੱਚ ਜਿਹੜੀ F3 ਇੰਟਰਵਿਊ ਹੁੰਦੀ ਹੈ ਇਹਦੇ ਵਿੱਚ ਕੀ ਕੀ ਪੁੱਛਿਆ ਜਾਂਦਾ। ਦੇਖੋ ਜਿਹੜੀ F3 ਦੀ ਜਿਹੜੀ ਕੈਟਾਗਰੀ ਆ ਬੇਸਿਕਲੀ ਇਹਦੇ ਬਾਰੇ ਮੈਂ ਹੁਣੇ ਦੱਸ ਕੇ ਹਟਿਆ भी ये कैटेगरी हैगी जोड़े US सिटीजन के जोड़े मैरिड बच्चे ने तो उन्होंने 21 साल तो घट बच्चे, हुण जोड़े 21 साल तो उपर बच्चे ने वो भी कवर हो जाते हैं जो चाइल्ड स्टैटस जोड़ा प्रोटैक्शन एक्ट हैगा उहदे विच कवर होण। हुण ये जिहड़ी कैटेगरी आ फिलहाल बड़ी स्लो आ क्योंकि ये भी काफ़ी टाइम लग रहा, जिवें F4 कैटेगरी च लग रहा, लेकिन जदों भी ये इंटरव्यू हुंदी आ फर्ज करो ਉਹਦੇ ਵਿੱਚ ਬੇਸਿਕਲੀ ਜਿਹੜਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੁੰਦਾ ਉਹ ਰਿਲੇਸ਼ਨਸ਼ਿਪ ਬਾਰੇ ਹੁੰਦਾ। ਉਹ 'ਚ ਇਹ ਸਾਬਤ ਕਰਨਾ ਪੈਂਦਾ ਵੀ ਜਿਹੜਾ US ਸਿਟੀਜ਼ਨ ਹੈ ਉਹਦੇ ਤੁਸੀਂ ਰੀਅਲ ਬੱਚੇ ਹੈਗੇ ਹੋ ਜਾਂ ਉਹ ਤੁਹਾਡੇ ਰੀਅਲ ਪੇਰੈਂਟ ਨੇ। ਹੁਣ ਚੱਲ ਤਾਂ ਰਿਹਾ ਉੱਥੇ 22 ਨਵੰਬਰ 2008 ਤੇ ਦੂਜਾ ਜਿਹੜਾ ਕੁਐਸਚਨ ਇਹਦੇ 'ਚ ਹੁੰਦਾ ਉਹ ਇਹ ਹੁੰਦਾ ਆਮ ਤੌਰ 'ਤੇ ਵੀ ਜਿਹੜੇ ਬੱਚਿਆਂ ਦੇ ਗਾਂਹ ਬੱਚੇ ਨੇ ਜਿਹੜੇ ਗ੍ਰੈਂਡ ਚਿਲਡਰਨ ਨੇ US ਸਿਟੀਜ਼ਨ ਦੇ ਵੀ ਉਹਨਾਂ ਦੀ ਉਮਰ ਜੇ 21 ਸਾਲ ਤੋਂ ਉੱਪਰ ਹੋ ਜਾਵੇ
ਤੇ ਉਹ ਅਨਮੈਰਿਡ ਨੇ ਜਾਂ ਉਹਨਾਂ ਦੇ ਕਈ ਵਾਰੀ ਕੁਐਸਚਨ ਆ ਜਾਂਦਾ ਵੀ ਕਿਤੇ ਮੈਰਿਡ ਤਾਂ ਨਹੀਂ ਹੋ ਗਏ ਜਾਂ 21 ਤੋਂ ਉੱਪਰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ ਨਹੀਂ ਕਰਦਾ। ਪਰ ਜਿਹੜਾ ਬੇਸਿਕ ਕੁਐਸਚਨ ਆ ਇਹਦਾ ਵੀ ਜਿਹੜਾ ਕਿ ਤੁਹਾਡਾ ਸਵਾਲ ਆ ਜੋ ਕਿ ਪੁੱਛਦੇ ਨੇ ਉਹ ਰਿਲੇਸ਼ਨਸ਼ਿਪ ਬਾਰੇ ਹੁੰਦਾ ਕਿ ਕੀ ਤੁਸੀਂ ਕੁਆਲੀਫਾਈਂਗ ਰਿਲੇਟਿਵ ਹੈਗੇ ਹੋ। ਕੁਆਲੀਫਾਈਂਗ ਰਿਲੇਟਿਵ ਉਹ ਹੁੰਦਾ ਜਿਹੜਾ ਕਿ US ਸਿਟੀਜ਼ਨ ਦਾ ਜਿਹੜਾ ਹੈਗਾ ਉਹ ਨੈਚੁਰਲ ਚਾਈਲਡ ਆ ਤੇ ਉਹਦੇ ਬਾਰੇ ਜਿਹੜੇ ਕੁਐਸਚਨ ਨੇ ਜਾਂ ਇਨਕੁਆਇਰੀ ਹੁੰਦੀ ਆ ਜੇ ਉਹਦੇ ਬਾਰੇ ਸ਼ੱਕ ਹੋਵੇ ਉਹਨਾਂ ਨੂੰ, ਜਾਂ ਫਿਰ ਡਾਕੂਮੈਂਟੇਸ਼ਨ ਪੂਰੀ ਨਾ ਹੋਵੇ, ਜਿਵੇਂ ਕਈਆਂ ਕੋਲ ਬਰਥ ਸਰਟੀਫਿਕੇਟ ਨਹੀਂ ਹੁੰਦੇ, ਮੈਰਿਜ ਸਰਟੀਫਿਕੇਟ ਨਹੀਂ ਹੁੰਦੇ, ਇਹੋ ਜਿਹੀਆਂ ਗੱਲਾਂ, ਤੇ ਜਾਂ ਜਿਹੜੇ ਉਹਨਾਂ ਦੇ ਬੱਚੇ ਨੇ ਗਾਂ ਜਿਹੜੇ ਮਤਲਬ ਬੱਚਿਆਂ ਦੇ ਅੱਗੇ ਬੱਚੇ ਨੇ ਗ੍ਰੈਂਡ ਉਹਦੇ ਹੁੰਦੇ ਚਿਲਡਰਨ ਵੀ ਉਹ ਸਹੀ ਨੇ, ਉਹਨਾਂ ਦੇ ਨੈਚੁਰਲ ਬੱਚੇ ਨੇ, ਇਹਨਾਂ ਗੱਲਾਂ ਬਾਰੇ ਹੁੰਦੀ ਆ। ਹੋਰ ਇਸ ਤੋਂ ਇਲਾਵਾ ਹੋਰ ਇਹਦੇ 'ਚ ਕੋਈ ਰਿਲੇਸ਼ਨ ਜਿਹੜੀ ਹੈਗੀ ਆ ਉਹ ਸਵਾਲ ਜਵਾਬ ਨਹੀਂ ਹੁੰਦੇ। ਅਗਲਾ ਸਵਾਲ ਹੈ ਜੀ ਕਿ ਡੂ ਸੀਨੀਅਰ ਸਿਟੀਜ਼ਨਸ ਹੈਵ ਟੂ ਟੇਕ ਸਿਟੀਜ਼ਨਸ਼ਿਪ ਟੈਸਟ। ਦੇਖੋ ਇਸ ਤਰ੍ਹਾਂ ਆ ਕਿ ਇਹਦੇ 'ਚ ਕੋਈ ਏਜ ਲਿਮਿਟ ਤਾਂ ਨਹੀਂ ਹੈਗੀ, ਪਰ ਜੇ ਤੁਹਾਨੂੰ 15 ਸਾਲ ਤੋਂ ਉੱਤੇ ਹੋ ਗਏ ਗ੍ਰੀਨ ਕਾਰਡ ਮਿਲੇ ਨੂੰ ਤੇ ਤੁਹਾਡੀ ਉਮਰ ਵੀ ਜਿਹੜੀ ਜ਼ਿਆਦਾ, ਫਿਰ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਕਹਿ ਸਕਦੇ ਹੋ ਵੀ ਅਸੀਂ ਆਪਣੀ ਲੈਂਗੁਏਜ ਜਿਹੜੀ ਪੰਜਾਬੀ ਹੈ ਜਾਂ ਹਿੰਦੀ ਆ ਉਹਦੇ ਵਿੱਚ ਅਸੀਂ ਟੈਸਟ ਲੈਣਾ। ਪਰ ਕੋਈ ਇੱਦਾਂ ਦੀ ਏਜ ਨਹੀਂ ਹੈਗੀ ਵੀ ਜੇ ਤੁਹਾਡੀ ਉਮਰ 70 ਸਾਲ ਦੀ ਜਾਂ 80 ਸਾਲ ਦੀ ਹੋ ਜਾਏ ਟੈਸਟ ਮਾਫ ਹੋ ਜਾਂਦਾ। ਇਹ ਮਾਫ ਕਰਾਉਣ ਦਾ ਇੱਕੋ ਹੀ ਤਰੀਕਾ ਵੀ ਜਿਹੜਾ ਤੁਹਾਡਾ ਡਾਕਟਰ ਹੈਗਾ, ਜਿਹੜਾ ਪ੍ਰਾਇਮਰੀ ਫਿਜ਼ੀਸ਼ੀਅਨ ਆ, ਉਹ ਜਾਂ ਕੋਈ ਸਪੈਸ਼ਲਿਸਟ ਜਿਹੜਾ ਉਹ N648 ਇੱਕ ਫਾਰਮ ਹੁੰਦਾ ਇਮੀਗ੍ਰੇਸ਼ਨ ਦਾ, ਉਹਨੂੰ ਭਰੇ, ਉਹ ਭਰ ਕੇ ਉਹਦੇ ਵਿੱਚ ਲਿਖੇ ਕਿ ਤੁਸੀਂ ਟੈਸਟ ਕਿਉਂ ਨਹੀਂ ਦੇ ਸਕਦੇ। ਵੀ ਕੋਈ ਕਈ ਲੋਕਾਂ ਨੂੰ ਜ਼ਿਆਦਾ ਉਮਰ ਦੇ ਵਿੱਚ ਅਲਜ਼ਾਈਮਰ ਹੋ ਜਾਂਦਾ, ਡਿਮੈਂਸ਼ੀਆ ਹੋ ਜਾਂਦਾ, ਡਿਪਰੈਸ਼ਨ ਹੋ ਜਾਂਦਾ, ਭੁੱਲ ਜਾਂਦੇ ਨੇ। ਉਹ ਲਿਖੇ ਵੀ ਇਹਨਾਂ ਦੀ ਜਿਹੜੀ ਯਾਦਾਸ਼ਤ ਹੈਗੀ ਆ ਉਹ ਹੁਣ ਉਨੀ ਨਹੀਂ ਰਹੀ, ਇਹ ਭੁੱਲ ਜਾਂਦੇ ਨੇ। ਉਹਦੇ ਕਰਕੇ ਉਹ ਟੈਸਟ ਜਿਹੜਾ ਹੈਗਾ ਉਹ ਫਿਰ ਮਾਫ ਹੋ ਸਕਦਾ। ਬਾਕੀ ਇਹਦੇ ਬਾਰੇ ਮਤਲਬ ਕੰਸਰਨਿੰਗ ਇੱਕ ਹੋਰ ਸਵਾਲ ਹੈ ਜੀ ਕਿ ਸਿਟੀਜ਼ਨਸ਼ਿਪ ਅਪਲਾਈ ਕੀਤੀ ਸੀ ਸਤੰਬਰ 'ਚ, ਫਿੰਗਰਪ੍ਰਿੰਟ ਹੋ ਗਏ, ਇੰਟਰਵਿਊ ਨਹੀਂ ਆਈ। ਅੱਜ ਕੱਲ੍ਹ ਇੰਟਰਵਿਊ ਨੂੰ 1 ਸਾਲ ਲੱਗ ਰਿਹਾ ਜੀ। ਸੋ ਜਿਨ੍ਹਾਂ ਨੇ ਪਿਛਲੇ ਸਾਲ ਹੁਣ ਨਵੰਬਰ ਦਸੰਬਰ 'ਚ ਅਪਲਾਈ ਕੀਤੀ ਸੀ ਉਹਨਾਂ ਦੀਆਂ ਹੁਣ ਡੇਟਾਂ ਆ ਰਹੀਆਂ। ਤੇ ਇੱਕ ਹੋਰ ਸਵਾਲ ਇਹਦੇ ਨਾਲ ਹੀ ਹੈਗਾ, ਉਹ ਕਹਿੰਦੇ ਨੇ ਕਿ ਸਿਟੀਜ਼ਨਸ਼ਿਪ ਲਈ ਕੀ ਸ਼ਰਤਾਂ ਹੁੰਦੀਆਂ। ਦੇਖੋ ਇਸ ਤਰ੍ਹਾਂ ਕਿ ਜੇ ਕੋਈ ਬੰਦਾ US ਸਿਟੀਜ਼ਨ ਨਾਲ ਵਿਆਹ ਕਰਾ ਕੇ ਇੱਥੇ ਗ੍ਰੀਨ ਕਾਰਡ ਉਹਨੂੰ ਮਿਲਿਆ ਤੇ ਸਿਟੀਜ਼ਨ ਬਣੇ ਨੂੰ 3 ਸਾਲ ਤੋਂ ਉੱਤੇ ਹੋ ਗਏ ਤੇ ਉਹਨੂੰ ਗ੍ਰੀਨ ਕਾਰਡ ਮਿਲੇ ਨੂੰ ਵੀ 3 ਸਾਲ ਹੋ ਗਏ, ਤਾਂ ਉਹ 3 ਸਾਲਾਂ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ। ਇਹ ਸਿਰਫ ਐਕਸੈਪਸ਼ਨ ਉਹਨਾਂ ਨੂੰ ਆ ਜਿਹੜੇ US ਸਿਟੀਜ਼ਨ ਨਾਲ ਵਿਆਹ ਕਰਾਉਂਦੇ ਆ। ਬਾਕੀ ਜਿੰਨੀਆਂ ਕੈਟੇਗਰੀਆਂ ਨੇ, ਚਾਹੇ ਕਿਸੇ ਨੂੰ ਪੋਲੀਟੀਕਲ ਅਸਾਈਲਮ ਤੇ ਗ੍ਰੀਨ ਕਾਰਡ ਮਿਲਿਆ, ਚਾਹੇ ਕੰਮ ਦੀ ਬੇਸ ਤੇ ਮਿਲਿਆ, ਚਾਹੇ ਕਿਸੇ ਨੂੰ ਆਪਣੇ ਪੇਰੈਂਟਸ ਦੀ ਬੇਸ ਤੇ ਮਿਲਿਆ, ਚਾਹੇ ਭੈਣ ਭਰਾ ਦੀ ਬੇਸ ਤੇ ਮਿਲਿਆ, ਚਾਹੇ ਕਿਸੇ ਹੋਰ ਤਰ੍ਹਾਂ ਜਿਹੜਾ ਗ੍ਰੀਨ ਕਾਰਡ ਕਿਵੇਂ ਵੀ ਮਿਲਿਆ, ਕਈਆਂ ਦੇ U ਵੀਜ਼ਾ ਹੁੰਦਾ, ਵਾਹਵਾ ਦੇ ਕੇਸ ਹੁੰਦੇ ਆ, ਉਹੋ ਜਿਹੇ ਜਿੰਨੇ ਵੀ ਗ੍ਰੀਨ ਕਾਰਡ ਨੇ ਉਹ 5 ਸਾਲਾਂ ਬਾਅਦ ਸਿਟੀਜ਼ਨਸ਼ਿਪ ਲੈ ਸਕਦੇ ਆ ਅਮਰੀਕਾ 'ਚ। ਉਹ 5 ਸਾਲਾਂ ਦੇ ਵਿੱਚੋਂ 2.5 ਸਾਲ ਅਮਰੀਕਾ ਦੇ ਵਿੱਚ ਰਹਿਣਾ ਜ਼ਰੂਰੀ ਆ। ਤੇ ਇੱਕ ਇਹ ਦੂਸਰਾ ਕਿ 6 ਮਹੀਨੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਜਾਣਾ, ਕਿ 6 ਮਹੀਨੇ ਜੋ ਤੁਸੀਂ ਜੇ ਬਾਹਰ ਜਾਣਾ ਤਾਂ 6 ਮਹੀਨੇ ਦੇ ਵਿੱਚ ਮੁੜ ਕੇ ਆਉਣਾ, ਵੀ 3 ਮਹੀਨੇ 4 ਜਾਂ 2 ਮਹੀਨੇ 6 ਮਹੀਨੇ ਤੋਂ ਵੱਧ ਸਟੇ ਨਹੀਂ ਚਾਹੀਦੀ। ਤੇ ਸਾਲ ਤੋਂ ਵੱਧ ਸਟੇ ਤਾਂ ਬਿਲਕੁਲ ਨਹੀਂ ਚਾਹੀਦੀ। ਜੇ ਤੁਸੀਂ ਸਾਲ ਤੋਂ ਵੱਧ ਬਾਹਰ ਰਹਿੰਦੇ ਹੋ ਪਰਮਿਸ਼ਨ ਤੋਂ ਬਿਨਾਂ ਤਾਂ ਤੁਹਾਡਾ ਜਿਹੜਾ ਗ੍ਰੀਨ ਕਾਰਡ ਕੈਂਸਲ ਹੋ ਸਕਦਾ। ਫਿਰ ਇਹਦੇ ਨਾਲ ਟੈਸਟ ਹੁੰਦਾ, ਉਹ ਟੈਸਟ ਜਿਹੜਾ ਹੈਗਾ ਉਹ ਸਿਵਿਕ ਟੈਸਟ ਹੁੰਦਾ ਤੇ ਹਿਸਟਰੀ ਦਾ, ਤੇ ਇੱਕ ਇੰਗਲਿਸ਼ ਦਾ ਹੁੰਦਾ, ਇੱਕ ਰਾਈਟਿੰਗ ਹੁੰਦਾ। ਫਿਰ ਉਹ ਐਪਲੀਕੇਸ਼ਨ 'ਚੋਂ ਪੁੱਛਦੇ ਨੇ ਵੀ ਐਪਲੀਕੇਸ਼ਨ ਬਾਰੇ ਇਹਨੂੰ ਪਤਾ, ਤੇ ਉਹ ਸਾਰਾ ਪਾਸ ਕਰਨਾ ਪੈਂਦਾ। ਜੇ ਟੈਸਟ ਨਾ ਪਾਸ ਕਰ ਸਕੋ ਤਾਂ ਇੱਕ ਮੌਕਾ ਹੋਰ ਦਿੰਦੇ ਨੇ ਦੁਬਾਰਾ ਉਹ। ਤੇ ਇਹਦੇ ਨਾਲ ਜਿਹੜੇ ਬੈਕਗਰਾਊਂਡ ਚੈੱਕ ਕਰਦੇ ਨੇ ਵੀ ਕੋਈ ਕ੍ਰਿਮੀਨਲ ਰੈਕਡ ਤਾਂ ਨਹੀਂ ਹੈਗਾ, ਤੇ ਇਹ ਗੱਲਾਂ ਕਰਕੇ ਫਿਰ ਸਿਟੀਜ਼ਨਸ਼ਿਪ ਮਿਲਦੀ ਹੈ। ਤੇ ਜੇ ਤੁਸੀਂ ਟੈਸਟ ਨਹੀਂ ਦੇ ਸਕਦੇ ਫਿਰ N648 ਜੇ ਤੁਹਾਡੇ ਕੋਲ ਫਾਰਮ ਹੈਗਾ ਵੀ ਕੋਈ ਡਾਕਟਰ ਲਿਖ ਕੇ ਦਿੰਦਾ ਕਿ ਜੀ ਇਹਨਾਂ ਨੂੰ ਇੰਗਲਿਸ਼ ਨਹੀਂ ਇਸ ਉਮਰ ਦੇ ਵਿੱਚ ਸਿੱਖ ਸਕਦੇ, ਕੋਈ ਜਿਹੜੀ ਹੈਗੀ ਪ੍ਰੋਬਲਮ ਹੈਗੀ ਆ, ਉਹ ਡਾਕਟਰ ਜੇ ਸਰਟੀਫਾਈ ਤੁਹਾਡਾ ਕਰਦਾ ਤਾਂ ਫਿਰ ਉਹ ਟੈਸਟ ਜਿਹੜਾ ਮਾਫ ਹੋ ਸਕਦਾ। ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਆ ਕਿ ਚਾਈਲਡ ਪ੍ਰੋਟੈਕਸ਼ਨ ਐਕਟ ਜਦੋਂ ਵੀ ਇਫੈਕਟ ਹੁੰਦਾ ਤਾਂ ਇਹ ਜਿਹੜੀ ਡੇਟ ਹੈਗੀ ਆ ਉਹ ਕਦੋਂ ਤੋਂ ਸ਼ੁਰੂ ਹੁੰਦੀ ਆ। ਦੇਖੋ ਜਿਹੜੀ ਪ੍ਰਾਇਓਰਟੀ ਡੇਟ ਆ ਤੁਹਾਡੀ, ਉਹ ਡੇਟ ਦੇਖਣੀ ਪੈਂਦੀ ਆ ਵੀ ਪ੍ਰਾਇਓਰਟੀ ਡੇਟ ਕਰੰਟ ਕੀ ਆ। ਸੋ ਪਹਿਲੀ ਡੇਟ ਤਾਂ ਇਹ ਦੇਖਣੀ ਇਹਦੇ ਵਿੱਚ ਕਿ ਜਦੋਂ ਅਪਲਾਈ ਕੀਤਾ ਕੇਸ, ਫਰਜ਼ ਕਰੋ ਕਿਸੇ ਨੇ F4 ਕੈਟੇਗਰੀ 'ਚ ਕੀਤਾ ਭੈਣ ਭਰਾ ਦਾ, ਉਹ ਕਦੋਂ ਅਪਲਾਈ ਕੀਤਾ। ਹੁਣ ਜਿਵੇਂ ਅੱਜ ਕੱਲ੍ਹ ਜਿਹੜੀ ਪ੍ਰਾਇਓਰਟੀ ਡੇਟ ਚੱਲ ਰਹੀ ਹੈ, ਫਰਜ਼ ਕਰੋ 15 ਸਤੰਬਰ 2005, ਤੇ ਜੇ ਅਪਲਾਈ ਉਹਨਾਂ ਨੇ ਸਤੰਬਰ 2005 'ਚ ਕੀਤਾ ਆ ਤਾਂ ਇੱਕ ਤਾਂ ਇਹ ਡੇਟ ਦੇਖਣੀ ਆ, ਇਹਦੇ ਨਾਲ ਦੇਖਣੀ ਆ ਅਪਰੂਵਲ ਕਦੋਂ ਆਈ ਆ। ਹੁਣ ਕਈਆਂ ਦੀ ਅਪਰੂਵਲ ਸਾਲ ਬਾਅਦ ਆ ਜਾਂਦੀ ਹੈ ਅਪਲਾਈ ਕਰਕੇ, 2006 'ਚ ਆ ਗਈ ਜਾਂ 8 'ਚ ਆ ਗਈ। ਅੱਜ ਕੱਲ੍ਹ ਤਾਂ ਅਪਰੂਵਲਾਂ ਨੂੰ ਹੀ 9-9 10-10 ਸਾਲ ਲੱਗ ਰਹੇ ਆ। ਜਿਹੜੀ ਉਹ 10 ਸਾਲ ਬਾਅਦ ਅਪਰੂਵਲ ਆਉਂਦੀ ਆ ਉਹਦੇ ਨਾਲ ਪ੍ਰਾਇਓਰਟੀ ਡੇਟ ਦਾ ਨਹੀਂ ਇਫੈਕਟ ਹੁੰਦੀ, ਪਰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦਾ ਉਹ 'ਚ ਫਾਇਦਾ, ਕਿਉਂਕਿ ਉਹ ਟਾਈਮ ਜਿਹੜਾ ਉਹ ਬੱਚੇ ਦੀ ਉਮਰ 'ਚੋਂ ਕੱਢਿਆ ਜਾਂਦਾ ਜਦੋਂ ਬੱਚਾ 21 ਸਾਲ ਦਾ ਹੋ ਜਾਂਦਾ, ਜਦੋਂ ਡੇਟ ਕਰੰਟ ਹੁੰਦੀ ਆ। ਸੋ ਇਹ 'ਚ ਇਹ ਦੇਖਣਾ ਪੈਣਾ ਵੀ ਤੁਹਾਡਾ ਅਪਲਾਈ ਕਦੋਂ ਹੋਇਆ ਕੇਸ। ਜੇ ਹੁਣ ਸਤੰਬਰ 2005 'ਚ ਅਪਲਾਈ ਹੋਇਆ ਤਾਂ ਉਦੋਂ ਬੱਚੇ ਦੀ ਉਮਰ ਕਿੰਨੀ ਸੀ, ਉਦੋਂ ਬਾਅਦ ਹੁਣ ਜਿਹੜਾ ਹੈਗਾ ਉਹ ਕਰੰਟ ਹੁਣ ਜਿਹੜਾ ਹੈਗਾ ਉਹ ਚੱਲ ਰਿਹਾ ਸਤੰਬਰ 15 2005, ਅੱਜ ਦੇਖੋ ਬੱਚੇ ਦੀ ਉਮਰ ਕਿੰਨੀ ਆ। ਤੇ ਉਹ ਜਿਹੜੀ ਏਜ ਆ ਬੱਚੇ ਦੀ
ਜੇ ਉਹ 21 ਸਾਲ ਤੋਂ ਉੱਪਰ ਹੋ ਗਈ ਆ ਤਾਂ ਜਦੋਂ ਕੇਸ ਅਪਲਾਈ ਕੀਤਾ ਤੇ ਜਦੋਂ ਅਪਰੂਵਲ ਆਈ ਉਹ ਟਾਈਮ ਉਹ 'ਚੋਂ ਕੱਢਿਆ ਜਾਂਦਾ। ਜੇ ਕੱਢ ਕੇ 21 ਸਾਲ ਤੋਂ ਘੱਟ ਰਹਿ ਗਿਆ ਤਾਂ ਉਹਦੇ ਵਿੱਚ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਵਿੱਚ ਕਵਰ ਹੁੰਦਾ। ਇਹਦੇ ਵਿੱਚ ਜਿਹੜੀ ਪ੍ਰਾਇਓਰਟੀ ਡੇਟ ਕਰੰਟ ਚੱਲ ਰਹੀ ਆ ਉਹ ਦੇਖੀ ਜਾਂਦੀ ਆ ਕਿ ਹੁਣ ਪ੍ਰਾਇਓਰਟੀ ਡੇਟ ਕੀ, ਜਿਵੇਂ ਅੱਜ ਜਿਹੜੀ ਪ੍ਰਾਇਓਰਟੀ ਡੇਟ ਆ ਉਹ ਸਤੰਬਰ 15 2005 ਚੱਲ ਰਹੀ ਆ। ਇਸ ਤਰ੍ਹਾਂ ਹੀ ਜਿਹੜਾ F3 ਕੈਟਾਗਰੀ ਆ ਉਹਦੀ ਪ੍ਰਾਇਓਰਟੀ ਡੇਟ ਆ 22 ਨਵੰਬਰ 2008, ਉਹ ਦੇਖਣੀ ਪੈਣੀ ਆ। ਸੋ ਇਹਦੇ 'ਚ ਇਨ ਅਦਰ ਵਰਡਸ ਜੇ ਮੈਂ ਕਹਾਂ ਕਿ ਜਿੰਨਾ ਜ਼ਿਆਦਾ ਟਾਈਮ ਅਪਲਾਈ ਕਰਨ ਤੇ ਅਪਰੂਵ ਹੋਣ 'ਚ ਲੱਗੇਗਾ ਉਹਦਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ 'ਚ ਫਾਇਦਾ ਹੋਏਗਾ। ਕਿਉਂਕਿ ਜੇ ਫਾਈਲ ਕਰੋ ਤੁਸੀਂ ਕੇਸ 2005 'ਚ ਅਪਲਾਈ ਕੀਤਾ ਤੇ ਅਪਰੂਵਲ ਤੁਹਾਡੀ ਆਈ ਜਾ ਕੇ 2015 'ਚ ਜਾਂ 14 'ਚ, ਤੁਹਾਨੂੰ 8-9 ਸਾਲ ਗ੍ਰੇਸ ਮਿਲ ਜਾਣੀ ਹੈ। ਸੋ ਬੱਚਾ ਜੇ 6-7 ਸਾਲ ਓਵਰ 26-27 ਸਾਲ ਦਾ ਵੀ ਹੋ ਜੇ ਉਹ ਵੀ ਆ ਸਕਦਾ। ਫਿਰ ਇਹਦੇ 'ਚ ਇਹ ਆ। ਅਗਲਾ ਸਵਾਲ ਹੈ ਜੀ ਕਿ F2A ਕੇਸ ਅਪਲਾਈ ਕੀਤਾ ਸੀ ਮਾਰਚ 20 'ਚ ਤੇ ਅਜੇ ਤੱਕ ਸਿਰਫ ਰਸੀਦ ਨੋਟਿਸ ਹੀ ਆਇਆ, ਕੋਈ ਜਵਾਬ ਨਹੀਂ। ਇਹ ਇਸ ਤਰ੍ਹਾਂ ਜੀ ਕਿ F2A ਕੇਸ ਤੁਹਾਡਾ ਗ੍ਰੀਨ ਕਾਰਡ ਹੋਲਡਰ ਦਾ ਹਸਬੈਂਡ ਵਾਈਫ ਦੀ ਕੈਟਾਗਰੀ ਦਾ ਆ, ਹੈ ਤਾਂ ਕਰੰਟ ਆ, ਪਰ ਕਰੰਟ ਦਾ ਮਤਲਬ ਇਹ ਨਹੀਂ ਵੀ ਵੀਜ਼ੇ ਦੇ ਰਹੇ ਨੇ, ਕਾਫੀ ਡਿਲੇ ਆ, ਬੈਕਲੌਗ ਆ, ਕੋਈ ਪਿੱਛੇ ਬੈਨ ਵੀ ਲੱਗਿਆ ਸੀ ਇਸ ਕੈਟਾਗਰੀ ਤੇ ਕਾਫੀ ਡਿਲੇ ਚੱਲ ਰਹੀ ਆ, ਤੁਹਾਨੂੰ ਵੇਟ ਕਰਨੀ ਪੈਣੀ ਆ। ਤੁਸੀਂ ਪਤਾ ਕਰ ਸਕਦੇ ਹੋ ਪਰ ਇਹਨੂੰ ਟਾਈਮ ਲੱਗੇਗਾ ਜੀ। ਅਗਲਾ ਸਵਾਲ ਹੈ ਜੀ ਕਿ ਮੈਂ ਸਿਟੀਜ਼ਨ ਆ, ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਸੀ ਤੇ ਮੈਨੂੰ NVC ਤੋਂ ਈਮੇਲ ਆ ਗਈ ਸੀ ਜੁਲਾਈ 21 2021 ਨੂੰ, ਮੇਰੇ ਡਾਕੂਮੈਂਟ ਕੰਪਲੀਟ ਨੇ ਤੇ ਉਦੋਂ ਬਾਅਦ ਮੇਰਾ ਕੇਸ ਉਹ ਕਹਿੰਦੇ ਵੀ ਤੁਹਾਨੂੰ ਅੱਗੇ ਅਸੀਂ ਮੁੰਬਈ ਨੂੰ ਭੇਜਾਂਗੇ। ਮੈਨੂੰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ। ਇਹਨੂੰ ਵੀ ਟਾਈਮ ਲੱਗੇਗਾ ਜੀ, ਬਹੁਤ ਸਲੋ ਆ। ਮੈਂ ਹੁਣੇ ਦੱਸ ਕੇ ਹਟਿਆ ਕਿ ਅਸੀਂ ਥੋੜ੍ਹੇ ਜਿਹੇ ਡਿਸਅਪੁਆਇੰਟਡ ਆ ਵੀ ਜਿਹੜੀਆਂ ਕੈਟਾਗਰੀਜ਼ ਨੇ ਮੂਵ ਨਹੀਂ ਹੋ ਰਹੀਆਂ, ਨਾ ਹੀ F4 ਕੈਟਾਗਰੀ ਜ਼ਿਆਦਾ ਮੂਵ ਹੋਈ ਹੈ, F3 ਵਗੈਰਾ ਇਹ ਵੀ ਨਹੀਂ। ਅਤੇ ਪਲੱਸ ਜਿਹੜੀਆਂ US ਸਿਟੀਜ਼ਨ ਦੀਆਂ ਜਿਵੇਂ ਤੁਹਾਡਾ ਕੇਸ ਆ ਹਸਬੈਂਡ ਵਾਈਫ ਦੀਆਂ ਗ੍ਰੀਨ ਕਾਰਡ ਹੋਲਡਰਾਂ ਦੇ, ਉਹ ਵੀ ਜ਼ਿਆਦਾ ਮੂਵ ਨਹੀਂ ਹੋ ਰਹੀਆਂ। ਸੋ ਵੇਟ ਕਰਨੀ ਪੈਣੀ ਆ, ਦੇਖਦੇ ਹਾਂ ਗਾਂ ਕਿਸ ਤਰ੍ਹਾਂ। ਬਾਕੀ ਤੁਸੀਂ ਜੇ ਪਤਾ ਕਰਨਾ ਉਹਨਾਂ ਨੂੰ ਈਮੇਲ ਕਰ ਸਕਦੇ ਹੋ ਜਾਂ ਉਹਨਾਂ ਤੋਂ ਜਿਹੜਾ ਹੈਗਾ ਉਹ ਕੰਟੈਕਟ ਤੁਸੀਂ ਕਰ ਸਕਦੇ ਹੋ। ਅਗਲਾ ਕੇਸ ਹੈ ਜੀ, ਸਵਾਲ ਹੈ ਜੀ, ਉਹ ਕਹਿੰਦੇ ਸਰ F2B ਸਾਡੀ ਪ੍ਰਾਇਓਰਟੀ ਡੇਟ ਆ 1 ਸਤੰਬਰ 2016 ਤੇ ਪੇਪਰ ਅਸੀਂ ਭੇਜਤੇ ਸੀ, ਅਜੇ ਤੱਕ ਨਹੀਂ। ਦੇਖੋ F2B ਦੇ ਵਿੱਚ ਹੁਣ ਚੱਲ ਰਿਹਾ ਫਿਲਹਾਲ ਅਜੇ 22 ਸਤੰਬਰ 2015, ਟਾਈਮ ਲੱਗੇਗਾ ਤੇ ਅਜੇ ਤੁਸੀਂ ਤਕਰੀਬਨ 1 ਸਾਲ ਬਿਹਾਈਂਡ ਹੋ, ਸੋ ਇਹਨੂੰ ਟਾਈਮ ਲੱਗੇਗਾ, ਵੇਟ ਕਰੋ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਆਪਣੇ ਭੈਣਾਂ ਭਰਾਵਾਂ ਦਾ ਅਪਲਾਈ ਕੀਤਾ ਸੀ ਉਹ ਕਦ ਤੱਕ ਕੇਸ ਬਾਰੇ ਜਾਣਕਾਰੀ ਮਿਲੇਗੀ। ਦੇਖੋ ਇਸ ਤਰ੍ਹਾਂ ਜੀ ਕਿ ਜਿਹੜੀ F4 ਕੈਟਾਗਰੀ ਭੈਣਾਂ ਭਰਾਵਾਂ ਵਾਲੀ ਆ ਉੱਥੇ ਚੱਲ ਰਿਹਾ ਜੀ 15 ਸਤੰਬਰ 2005। ਸੋ ਤੁਸੀਂ ਦੇਖ ਲਓ ਵੀ ਕਿੰਨਾ ਟਾਈਮ ਲੱਗ ਰਿਹਾ ਤੇ ਉੱਥੋਂ ਹੁਣ ਗਿਣ ਲਓ ਵੀ ਜੇ ਤੁਸੀਂ ਹੁਣ 2006 'ਚ ਕੀਤਾ ਜਾਂ 10 'ਚ ਕੀਤਾ ਕਿੰਨਾ ਟਾਈਮ ਲੱਗੂਗਾ। ਸੋ ਅਜੇ 2005 ਚੱਲ ਰਿਹਾ, ਜਿਹੜੇ ਹੁਣ 5 ਤੋਂ ਬਾਅਦ ਵਾਲੇ ਨੇ ਉਹਨਾਂ ਨੂੰ ਤਾਂ ਅਜੇ ਹੋਰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਮੈਂ ਤੇ ਮੇਰਾ ਹਸਬੈਂਡ USA ਵਿੱਚ, ਉਹ ਕਹਿੰਦੇ B1 B2 ਤੇ ਆਏ ਸੀ, ਸਾਡਾ ਅਸਾਈਲਮ ਲੱਗਿਆ ਹੋਇਆ ਸੀ, ਅਜੇ ਤੱਕ ਇੰਟਰਵਿਊ ਨਹੀਂ ਆਈ। ਸਾਡਾ ਬੱਚਾ ਕੈਨੇਡਾ 'ਚ ਸਟੂਡੈਂਟ ਤੇ ਆ, ਕੀ ਉਹ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ? ਦੇਖੋ ਇੰਟਰਵਿਊਆਂ ਜਿਹੜੀਆਂ ਹੈਗੀਆਂ ਕਾਫੀ ਕੇਸਾਂ ਦੇ ਨਹੀਂ ਆਈਆਂ, ਖਾਸ ਕਰਕੇ ਜਿਨ੍ਹਾਂ ਨੇ 2018 ਤੋਂ ਪਹਿਲਾਂ ਕੀਤੇ ਸੀ ਉਹਨਾਂ ਦੀਆਂ ਤਾਂ ਬਹੁਤ ਘੱਟ ਆਈਆਂ ਤੇ ਹੁਣ ਵੀ ਕਈਆਂ ਦੀ ਆ ਜਾਂਦੀ, ਕਿਸੇ ਦੀ ਨਹੀਂ ਆਉਂਦੀ ਤੇ ਉਹ ਵੇਟ ਹੀ ਕਰਨੀ ਪੈਣੀ ਆ। ਪਰ ਇਹਨਾਂ ਨੇ ਹੁਣ ਰੂਲ ਬਣਾ, ਤੁਸੀਂ ਇੰਟਰਵਿਊ ਜਿਹੜੀ ਆ ਉਹ ਕਢਾ ਸਕਦੇ ਹੋ ਉਹਨਾਂ ਨੂੰ ਕਹਿ ਕੇ। ਲੇਕਿਨ ਜੇ ਤੁਹਾਡਾ ਬੱਚਾ ਕੈਨੇਡਾ ਦੇ ਵਿੱਚ ਹੈਗਾ, ਉਹ ਉੱਥੇ ਜੇ ਉਹਨੂੰ ਮਤਲਬ ਸਟੂਡੈਂਟ ਹੈ, ਲੀਗਲ ਸਟੇਟਸ ਹੈਗਾ, ਤਾਂ ਉਹ ਵਿਜ਼ਟਰ ਵੀਜ਼ੇ ਲਈ ਅਪਲਾਈ ਕਰ ਸਕਦਾ। 8 ਨਵੰਬਰ ਤੋਂ ਜਿਹੜਾ ਵਿਜ਼ਟਰ ਵੀਜ਼ਾ ਹੈਗਾ ਉਹ ਖੁੱਲ੍ਹਣ ਜਾ ਰਿਹਾ ਇਹਨਾਂ ਸਾਰੀ ਕੰਟਰੀਜ਼ ਲਈ, ਇੰਡੀਆ ਲਈ ਵੀ, ਚਾਈਨਾ ਲਈ, ਬ੍ਰਾਜ਼ੀਲ ਲਈ, ਕੈਨੇਡਾ ਲਈ। ਸੋ ਨਵੰਬਰ 'ਚ ਖੁੱਲ੍ਹੇਗਾ। ਸੋ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਕੇ ਉਹ ਦੇਖ ਸਕਦੇ ਨੇ, ਜੇ ਵੀਜ਼ਾ ਮਿਲਦਾ ਤਾਂ ਆ ਸਕਦੇ ਆ। ਤੇ ਲੇਕਿਨ ਵੀਜ਼ੇ 'ਚ ਰੁਕਾਵਟ ਇਸ ਗੱਲ ਦੀ ਪੈ ਸਕਦੀ ਹੈ ਕਿ ਤੁਸੀਂ ਅਸਾਈਲਮ ਲਿਆ, ਕਿਉਂਕਿ ਉਹਨਾਂ ਨੂੰ ਇਹ ਲੱਗੇਗਾ ਵੀ ਜੇ ਤੁਸੀਂ ਅਸਾਈਲਮ ਅਪਲਾਈ ਕੀਤਾ ਤਾਂ ਹੋ ਸਕਦਾ ਵੀ ਉਹ ਵੀ ਆ ਕੇ ਇੱਥੇ ਅਸਾਈਲਮ ਹੀ ਕਰੇ, ਕਿਉਂਕਿ ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਉਹਦਾ ਇੱਕੋ ਹੀ ਕ੍ਰਾਈਟੇਰੀਆ ਹੁੰਦਾ ਕਿ ਕੀ ਇਹ ਬੰਦਾ ਜਿਹੜਾ ਵਿਜ਼ਟਰ ਵੀਜ਼ੇ 'ਤੇ ਜਾ ਰਿਹਾ ਮੁੜ ਕੇ ਵਾਪਸ ਆਏਗਾ ਕਿ ਨਹੀਂ ਆਏਗਾ, ਜਾਂ ਮੁੜ ਕੇ ਵਾਪਸ ਆਪਣੀ ਕੰਟਰੀ ਜਾਏਗਾ ਕਿ ਨਹੀਂ ਜਾਏਗਾ। ਇਹ ਹੀ ਇੱਕ ਕ੍ਰਾਈਟੇਰੀਆ। ਜਿਹਨਾਂ ਨੂੰ ਇਹ ਲੱਗੇ ਕਿ ਪਤਾ ਨਹੀਂ ਇਹਨੇ ਮੁੜਨਾ ਕਿ ਨਹੀਂ ਮੁੜਨਾ, ਤਾਂ ਫਿਰ ਉਹ ਇਹਦੇ 'ਤੇ ਜਿਹੜਾ ਵੀਜ਼ਾ ਹੈ ਉਹ ਨਾ ਹੋ ਸਕਦੀ ਆ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ ਅਸੀਂ ਉੱਥੋਂ ਇੰਡੀਆ ਤੋਂ ਜੇ ਬਾਰਡਰ ਕ੍ਰਾਸ ਕਰਕੇ ਅਮਰੀਕਾ ਆਉਣਾ ਹੋਵੇ ਤਾਂ ਉਹਦੀ ਕੀ ਕੰਡੀਸ਼ਨ ਹੈ, ਇਹਦੇ ਬਾਰੇ ਦੱਸੋ। ਦੇਖੋ ਇਸ ਤਰ੍ਹਾਂ ਜੀ ਕਿ ਪਹਿਲੀ ਗੱਲ ਤਾਂ ਮੈਂ ਕਦੇ ਰਿਕਮੈਂਡ ਨਹੀਂ ਕਰਦਾ ਵੀ ਬਾਰਡਰ ਕ੍ਰਾਸ ਕਰਕੇ ਤੁਸੀਂ ਆਓ, ਕਿਉਂਕਿ ਇੱਕ ਤਾਂ ਇਹ ਗੈਰ ਕਾਨੂੰਨੀ ਆ, ਦੂਜਾ ਇਹਦੇ 'ਚ ਕਾਫੀ ਜ਼ੋਖਮ ਹੈ, ਕਾਫੀ ਜ਼ਿਆਦਾ ਖਤਰਾ। ਤੀਜਾ ਇਹ ਹੁੰਦਾ ਵੀ ਗਰੰਟੀ ਕੋਈ ਨਹੀਂ ਕਿ ਤੁਸੀਂ ਇੱਥੇ ਤੁਹਾਨੂੰ ਐਂਟਰੀ ਮਿਲੂ ਕਿ ਨਹੀਂ ਮਿਲੂ। ਸੋ ਇਸ ਕਰਕੇ ਇੰਨਾ ਖਰਚਾ ਕਰਕੇ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਕੇ ਆਉਣਾ ਕੋਈ ਜਿਹੜੀ ਹੈਗੀ ਆ ਉਹ
वाजिब गल नहीं है। इस करके मैं इहदा हमेशा तुहानूं कहना भी ना इस तरह आओ। लेकिन जिहड़े आउंदे आ उन्हां वास्ते जिहड़ी हुण पॉलिसी है गौरमेंट की, वो हैगी जिवें मैं हुणे दस के हटिया भी इन्हां ने एक तां मीटरिंग खत्म करती आ। मीटरिंग का मतलब ये सीगा कि जिहड़े बंदे इत्थे आउंदे सी उन्हां दा एक खास कोटा हुंदा सी भी इन्ने बंदिआं नूं एंट्री देनी है दिन 'च। वो एक डिस्ट्रिक्ट कोर्ट का फैसला आया सीगा, उहदे बारे मैं दस्सिया भी सी पिछली वीडियो 'च, ते ਉਹ ਉਹਨਾਂ ਨੇ ਉਹਨੂੰ ਇਨਫੋਰਸ ਕਰਕੇ ਤੇ ਇੰਪਲੀਮੈਂਟ ਕਰਕੇ तो ਮੀਟਰਿੰਗ ਖਤਮ ਕਰਤੀ ਆ। ਹੁਣ ਜਿੰਨੇ ਮਰਜ਼ੀ ਬੰਦਿਆਂ ਨੂੰ ਐਂਟਰੀ ਦੇ ਸਕਦੇ ਆ। ਦੂਜਾ ਇਹਨਾਂ ਨੇ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹ ਲਾਗੂ ਕਰਨੀ ਆ, ਤੇ ਉਹ ਵੀ ਕੋਰਟ ਦਾ ਡਿਸੀਜਨ ਸੀ ਲਾਗੂ ਕਰੋ। ਹੁਣ ਕਿਸ ਤਰ੍ਹਾਂ ਲਾਗੂ ਹੁੰਦੀ ਆ, ਕਿੰਨਾ ਕੁ ਮੈਕਸੀਕੋ ਸਾਥ ਦਿੰਦਾ, ਇਹਦੇ ਬਾਰੇ ਹੁਣ ਅੱਗੇ ਪਤਾ ਲੱਗੇਗਾ। ਤੀਜੀ ਗੱਲ ਇਹ ਆ ਵੀ ਜਿਹੜੇ 18 ਸਾਲ ਤੋਂ ਘੱਟ ਆਉਂਦੇ ਆ ਜਾਂ ਆਪਣੇ ਪੇਰੈਂਟਸ ਨਾਲ ਜਾਂ ਬੱਚੇ ਆਉਂਦੇ ਮਾਂ-ਬਾਪ ਨਾਲ, ਉਹਨਾਂ ਨੂੰ ਇਹ 72 ਘੰਟੇ ਦੇ ਵਿੱਚ ਰਿਲੀਜ਼ ਕਰਦੇ ਨੇ। ਉਹਨਾਂ ਦੀ ਕੋਈ ਖਾਸ ਇੰਟਰਵਿਊ ਨਹੀਂ ਹੁੰਦੀ। ਲੇਕਿਨ ਜਿਹੜੇ 18 ਸਾਲ ਤੋਂ ਉੱਪਰ ਆਉਂਦੇ ਆ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਸਖਤ ਹੁੰਦੀ ਆ। ਉਹਨਾਂ ਨੂੰ ਕ੍ਰੈਡੀਬਲ ਜਿਹੜੀ ਇੰਟਰਵਿਊ 'ਚ ਲੰਘਣਾ ਪੈਂਦਾ, ਤੇ ਜੇ ਉਹ ਪਾਸ ਹੋ ਜਾਣ ਤਾਂ ਉਸ ਤੋਂ ਬਾਅਦ ਇਮੀਗ੍ਰੇਸ਼ਨ ਜੱਜ ਬਾਉਂਡ ਕਰਦਾ ਜਾਂ ਬਾਹਰ ਰੱਖਦੇ ਨੇ। ਜੇ ਨਹੀਂ ਪਾਸ ਹੁੰਦੇ ਤਾਂ ਉਹਨਾਂ ਨੂੰ ਉੱਥੋਂ ਹੀ ਜਿਹੜਾ ਹੈਗਾ ਉਹ ਡਿਪੋਰਟ ਕੀਤਾ ਜਾਂਦਾ, ਤੇ ਉਹ ਸੈਲਮ ਦਾ ਕੇਸ ਨਹੀਂ ਲਾ ਸਕਦੇ। ਉਹਨਾਂ ਦੀ ਇੱਕ ਇੰਟਰਵਿਊ ਇਮੀਗ੍ਰੇਸ਼ਨ ਜੱਜ ਕੋਲ ਹੁੰਦੀ, ਜੇ ਉੱਥੇ ਵੀ ਫੇਲ ਹੋ ਜਾਵੇ ਤਾਂ ਉਸ ਤੋਂ ਬਾਅਦ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਵੀਜ਼ੇ ਲਈ ਗੌਰਮੈਂਟ ਨੇ ਇੰਨਾ ਟਾਈਮ ਹੋ ਗਿਆ, ਉਹਦੇ ਵਾਸਤੇ ਕੁਛ ਫਾਸਟ ਕਰਨ ਦੀ ਕੋਸ਼ਿਸ਼ ਹੈ, ਤੇ ਇਹਦੇ 'ਚ ਕੀ ਦੱਸੋ। ਨਹੀਂ, ਮੈਂ ਹੁਣੇ ਦੱਸ ਕੇ ਹਟਿਆ ਜੀ F4 ਬਹੁਤ ਅਸੀਂ ਡਿਸਅਪੁਆਇੰਟਡ ਆ। ਇਹ ਤਾਂ ਜਿਹੜੀ ਕੈਟੇਗਰੀ ਬਹੁਤ ਘੱਟ ਮੂਵ ਹੋ ਰਹੀ ਆ, ਤੇ ਹੋਰ ਵੀ ਜ਼ਿਆਦਾ ਟਾਈਮ ਲੱਗ ਰਿਹਾ। ਇਹਨੂੰ ਹੋਰ ਜਿਹੜਾ ਫਾਸਟ ਮੂਵ ਉਹਨਾਂ ਨੂੰ ਕਰਨਾ ਚਾਹੀਦਾ। ਹੁਣ ਦੇਖੋ ਅੱਗੇ ਮਤਲਬ ਕੀ ਹੁੰਦਾ, ਪਰ ਅਜੇ ਬਹੁਤ ਸਲੋ ਚੱਲ ਰਹੀ ਹੈ ਕੈਟੇਗਰੀ। ਤੇ ਉਸ ਤੋਂ ਬਾਅਦ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰਾ ਅਸਾਈਲਮ ਦਾ ਕੇਸ ਡਿਨਾਈ ਹੋ ਗਿਆ ਸੀ, ਡੈਪੂਟੇਸ਼ਨ ਲੱਗ ਗਈ ਸੀਗੀ, ਤੇ ਯੂ ਵੀਜ਼ਾ ਪੈਂਡਿੰਗ ਆ। ਦੇਖੋ ਜਿਹੜਾ ਯੂ ਵੀਜ਼ਾ ਪੈਂਡਿੰਗ ਆ ਉਹ ਜੇ ਅਪਰੂਵ ਹੋ ਜਾਂਦਾ ਤਾਂ ਡੈਪੂਟੇਸ਼ਨ ਜਿਹੜੀ ਹੈਗੀ ਆ ਉਹ ਕਵਰ ਹੋ ਜਾਂਦੀ ਆ। ਯੂ ਵੀਜ਼ਾ ਇਸ ਗੱਲ 'ਤੇ ਡਿਪੈਂਡੈਂਟ ਨਹੀਂ ਹੁੰਦਾ ਵੀ ਡੈਪੂਟੇਸ਼ਨ ਲੱਗੀ ਹੈ ਕਿ ਨਹੀਂ ਲੱਗੀ। ਜੇ ਲੱਗੀ ਵੀ ਆ ਤੇ ਯੂ ਵੀਜ਼ਾ ਅਪਰੂਵ ਹੋ ਗਿਆ ਤਾਂ ਤੁਹਾਨੂੰ ਸਟਿਲ ਉਹਦੀ ਬੇਸ 'ਤੇ ਤੁਸੀਂ ਇੱਥੇ ਸਟੇਟਸ ਐਡਜਸਟ ਕਰ ਸਕੋਗੇ। ਅਗਲਾ ਸਵਾਲ ਹੈ ਜੀ ਕਿ ਸਟੂਡੈਂਟ ਵੀਜ਼ੇ ਵਾਲੇ ਦਾ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਹੈ ਜੇ ਸੈਲਮ ਫਾਈਲ ਕਰਦਾ। ਦੇਖੋ ਇਸ ਤਰ੍ਹਾਂ ਵੀਰ ਜੀ ਵੀ ਜਿਹੜਾ ਸੈਲਮ ਦਾ ਕੇਸ ਆ ਉਹ ਕੋਈ ਵੀ ਫਾਈਲ ਕਰ ਸਕਦਾ ਅਮਰੀਕਾ 'ਚ। ਜਿਹਦਾ ਤੁਹਾਡੀ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਉਹ ਤਾਂ ਹੋਣੀ ਆ ਜੇ ਤੁਹਾਡੀ ਜਿਹੜੀ ਐਂਟਰੀ ਹੈਗੀ ਆ ਉਹ ਬਾਰਡਰ ਦੇ ਰਾਹੀਂ ਹੁੰਦੀ ਆ। ਜੇ ਤੁਸੀਂ ਇੱਥੇ ਸਿੱਧਾ ਹੀ ਆ ਕੇ ਤੁਹਾਡੀ ਐਂਟਰੀ ਲੀਗਲ ਆ ਸਟੂਡੈਂਟ 'ਤੇ ਆ ਜਾਂ ਵਾਹਿਗੁਰੂ ਦੀ ਵਿਜ਼ਟਰ ਵੀਜ਼ੇ 'ਤੇ ਆਉਂਦੇ ਆ ਜਾਂ ਉੱਦਾਂ ਹੀ ਕਈ ਲੰਘੇ ਆਉਂਦੇ ਬਾਰਡਰ ਕਰਕੇ ਫੜੇ ਨਹੀਂ ਜਾਂਦੇ, ਉਹ ਬੰਦੇ ਉਹ ਸੈਲਮ ਅਪਲਾਈ ਕਰਦੇ, ਉਹਨਾਂ ਦੀ ਸੈਲਮ ਆਫਿਸ 'ਚ ਇੰਟਰਵਿਊ ਆਉਂਦੀ ਆ। ਉਹਨਾਂ ਦੀ ਕ੍ਰੈਡੀਬਲ ਫੇਅਰ ਇੰਟਰਵਿਊ ਨਹੀਂ ਹੁੰਦੀ, ਪਰ ਸੈਲਮ ਆਫਿਸ ਦੇ ਵਿੱਚ ਪਹਿਲਾਂ ਇੰਟਰਵਿਊ ਹੁੰਦੀ ਆ, ਤੇ ਉਸ ਤੋਂ ਬਾਅਦ ਸੈਲਮ ਅਫਸਰ ਦੇਖਦਾ ਪਾਸ ਕਰਨਾ ਨਹੀਂ ਕਰਨਾ। ਜੇ ਉਹ ਨਹੀਂ ਕਰਦਾ ਤਾਂ ਕੇਸ ਅੱਗੇ ਰੈਫਰ ਕਰਨ ਦਾ ਕੋਰਟ ਦੇ ਵਿੱਚ। ਤੇ ਜਿਹੜੀ ਤੁਸੀਂ ਆ ਪੁੱਛ ਰਹੇ ਕ੍ਰੈਡੀਬਲ ਫੇਅਰ ਇੰਟਰਵਿਊ, ਇਹ ਸਿਰਫ ਉਹਨਾਂ ਦੀ ਹੁੰਦੀ ਹੈ ਜੀ ਜਿਹੜੇ ਬੰਦੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ। ਅਗਲਾ ਸਵਾਲ ਹੈ ਜੀ ਕਿ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਸਿਟੀਜ਼ਨਸ਼ਿਪ ਲਈ ਪੰਜਾਬੀ ਜਾਂ ਹਿੰਦੀ ਟੈਸਟ ਦੇ ਸਕਦੇ। ਇਹਦਾ ਮੈਂ ਸਵਾਲ ਦਾ ਜਵਾਬ ਦੇ ਕੇ ਹਟਿਆ ਜੀ, ਇੱਕ ਵਾਰੀ ਫਿਰ ਦੇ ਦਿੰਦਾ ਕਿ ਜਿਨ੍ਹਾਂ ਨੂੰ 15 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਤਾਂ ਉਹਨਾਂ ਦੀ ਏਜ ਵੀ ਜਿਹੜੀ ਜ਼ਿਆਦਾ, ਉਹਨਾਂ ਨੂੰ ਉਹ ਕਈ ਵਾਰੀ ਆਪਣੀ ਲੈਂਗੁਏਜ ਟੈਸਟ ਦੇਣ ਦੀ ਜਿਹੜੀ ਹੈਗੀ ਆ ਉਹ ਪਰਮਿਸ਼ਨ ਦੇ ਦਿੰਦੇ ਆ। ਲੇਕਿਨ ਜੇ ਤੁਸੀਂ ਉੱਦਾਂ ਟੈਸਟ ਮਾਫ ਕਰਾਉਣਾ ਤਾਂ ਤੁਹਾਨੂੰ ਜਿਹੜਾ ਪ੍ਰਾਇਮਰੀ ਡਾਕਟਰ ਆ ਉਹ N648 ਫਾਰਮ ਹੁੰਦਾ ਇੱਕ, ਉਹ ਭਰ ਕੇ ਦੇਵੇ, ਰੀਜ਼ਨ ਦੱਸੇ ਕਿ ਤੁਸੀਂ ਇੰਗਲਿਸ਼ ਕਿਉਂ ਨਹੀਂ ਸਿੱਖ ਸਕਦੇ। ਕੋਈ ਕਈਆਂ ਨੂੰ ਬਿਮਾਰੀ ਹੁੰਦੀ ਜਿਵੇਂ ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਭੁੱਲ ਜਾਂਦੇ ਆ, ਡਿਪਰੈਸ਼ਨ ਹੋ ਜਾਂਦਾ, ਤਾਂ ਫਿਰ ਉਹ ਟੈਸਟ ਜਿਹੜਾ ਉਹ ਮਾਫ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ US ਸਿਟੀਜ਼ਨ ਨੇ ਆਪਣੇ ਮਾਤਾ ਜੀ ਦਾ ਅਪਲਾਈ ਕੀਤਾ ਸੀ, ਅਪਰੂਵਲ ਮਈ 21 'ਚ ਆ ਗਈ ਸੀ ਪਰ ਇੰਟਰਵਿਊ ਨਹੀਂ ਆਈ। ਇਹ ਵੀ ਉਹੀ ਜਿਹੜਾ ਸਲੋ ਚੱਲ ਰਿਹਾ ਜੀ ਪ੍ਰੋਸੈਸ, ਉਹਦੇ ਨਾਲ ਜੁੜਿਆ ਟਾਈਮ ਲੱਗੇਗਾ ਜੀ। ਅਤੇ ਅਪਰੂਵਲ ਤੋਂ ਬਾਅਦ ਪਹਿਲਾਂ NVC ਕੋਲ ਜਾਏਗਾ, NVC ਤੋਂ ਬਾਅਦ ਫਿਰ ਉਹਨੂੰ ਟਾਈਮ ਲੱਗ ਸਕਦਾ, ਸੋ ਵੇਟ ਕਰਨਾ ਪੈਣਾ। ਅਗਲਾ ਸਵਾਲ ਹੈ ਜੀ ਕਿ ਮੇਰਾ ਸੈਲਮ ਦਾ ਕੇਸ ਲੱਗਾ ਹੋਇਆ ਜਾਰਜੀਆ 'ਚ, ਅਤੇ ਉਦੋਂ ਬਾਅਦ ਸਾਨੂੰ ਉਹ ਕਹਿੰਦੇ ਵੀ ਅਸੀਂ ਸਟੋਰ 'ਤੇ ਗਏ ਸੀਗੇ ਅਤੇ ਉੱਥੇ ਗੋਲੀ ਚੱਲ ਗਈ, ਸਾਡੇ ਗੋਲੀ ਲੱਗੀ ਆ, ਅਤੇ ਯੂ ਵੀਜ਼ਾ ਜਿਹੜਾ ਹੈਗਾ ਉਹ ਅਸੀਂ ਕਿੱਥੇ ਲਾਈਏ। ਯੂ ਵੀਜ਼ਾ ਤਾਂ ਜਿੱਥੇ ਤੁਹਾਡਾ ਅਟੈਕ ਤੁਹਾਡੇ 'ਤੇ ਹੋਇਆ ਉੱਥੇ ਲੱਗੇਗਾ ਜੀ, ਉਹ ਸਟੇਟ ਦੇ ਵਿੱਚ, ਪਰ ਉਹਦਾ ਜਿਹੜਾ ਫੈਡਰਲ ਗੌਰਮੈਂਟ 'ਚ ਹੀ ਜਾਂਦਾ ਅਤੇ ਉਹਦਾ ਕੋਈ ਫਰਕ ਨਹੀਂ ਪੈਂਦਾ। ਜੇ ਹੁਣ ਜਾਰਜੀਆ ਹੋਇਆ, ਤੁਸੀਂ ਨਿਊਯਾਰਕ ਰਹਿੰਦੇ ਉੱਥੇ ਉੱਦਾਂ ਹੀ ਗਏ ਸੀ ਘੁੰਮਣ ਫਿਰਨ, ਤਾਂ ਉਹ ਜਿੱਥੇ ਅਟੈਕ ਹੋਇਆ ਜਿਸ ਸ਼ਹਿਰ ਦੇ ਵਿੱਚ ਹੋਇਆ, ਪੁਲਿਸ ਰਿਪੋਰਟ ਜਿੱਥੋਂ ਦੀ ਆ ਉਹਦੇ ਵਿੱਚ ਵੀ ਇੱਕ ਸਪਲੀਮੈਂਟ ਫਾਰਮ ਹੁੰਦਾ, ਉਹ ਭਰਨਾ ਪੈਂਦਾ ਪੁਲਿਸ ਵਾਲਿਆਂ ਨੂੰ, ਅਤੇ ਉਹ ਤੁਸੀਂ ਇੰਸੀਡੈਂਟ ਉਹ ਸ਼ੋਅ ਕਰਕੇ, ਅਤੇ ਜੋ ਵੀ ਤੁਹਾਡਾ ਐਡਰੈਸ ਹੈ, ਜੇ ਨਿਊਯਾਰਕ ਦਾ ਐਡਰੈਸ ਹੈਗਾ, ਐਡਰੈਸ ਤੁਹਾਨੂੰ ਉੱਥੋਂ ਦਾ ਹੀ ਭਰਨਾ ਪਏਗਾ, ਪਰ ਤੁਸੀਂ ਜਿੱਥੇ ਇੰਸੀਡੈਂਟ ਹੋਇਆ ਉੱਥੇ ਲਾਉਂਗੇ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੈਂ ਆਪਣੇ ਭਰਾ ਦਾ ਕੇਸ 2005 'ਚ ਅਪਲਾਈ ਕੀਤਾ ਸੀ, ਇੰਟਰਵਿਊ ਨਹੀਂ ਆ ਰਹੀ। ਸਤੰਬਰ 2005 ਚੱਲ ਰਿਹਾ ਜੀ, ਕਾਫੀ ਸਲੋ ਆ, ਪਰ ਉਹਦਾ ਮਤਲਬ ਇਹ ਨਹੀਂ ਕਿ ਜਿਹੜੇ ਸਤੰਬਰ ਤੋਂ ਪਹਿਲੇ ਉਹ ਸਾਰਿਆਂ ਨੂੰ ਵੀਜ਼ੇ ਮਿਲ ਗਏ। ਇੱਥੇ ਇਹੋ ਜਿਹੇ ਬੰਦੇ ਵੀ ਹੈਗੇ ਜਿਨ੍ਹਾਂ ਨੇ ਕਿ ਜਨਵਰੀ ਫਰਵਰੀ 2005 'ਚ ਅਪਲਾਈ ਕੀਤਾ, ਉਹਨਾਂ ਦੀ ਜਿਹੜੀ ਪ੍ਰਾਇਓਰਟੀ ਡੇਟ ਲੰਘੀ ਨੂੰ ਵੀ 6-6 ਮਹੀਨੇ 8-8 ਮਹੀਨੇ ਹੋ ਗਏ, ਤੱਕ ਇੰਟਰਵਿਊ ਉਹਨਾਂ ਦੀ ਨਹੀਂ ਆਈ, ਤੁਹਾਨੂੰ ਵੇਟ ਕਰਨਾ ਪੈਣਾ।
ਤੇ ਅਗਲਾ ਸਵਾਲ ਹੈ ਜੀ ਕਿ ਨਿਊਯਾਰਕ ਦੇ ਵਿੱਚ ਇੰਡੀਵਿਜੂਅਲ ਡੇਟਾਂ ਕਿਉਂ ਕੈਂਸਲ ਕਰ ਰਹੇ ਨੇ। ਸਾਡੀਆਂ ਵੀ ਕਾਫੀ ਡੇਟਾਂ ਜਿਹੜੀਆਂ ਨੇ ਉਹ ਅੱਗੇ ਹੋਈਆਂ ਨੇ, ਕੈਂਸਲ ਹੋਈਆਂ। ਨਿਊਯਾਰਕ ਮੇਰਾ ਮੇਨ ਹੈੱਡ ਆਫਿਸ ਹੈਗਾ, ਰਿਚਮੰਡ ਹਿੱਲ, ਤੇ ਇਹਦੇ 'ਚ ਇਸ ਤਰ੍ਹਾਂ ਵੀ ਹੈ ਤਾਂ ਇਹ ਹੁਣ ਦੇ ਹਾਲਾਤ ਕਰਕੇ ਹੀ ਆ, ਪਰ ਉਹ ਕਈ ਜੱਜ ਨਵੇਂ ਆਏ ਆ, ਉਹ ਅੱਗੇ ਡੇਟ ਦੇ ਦਿੰਦੇ ਆ, ਜਾਂ ਕਈਆਂ ਨੂੰ ਇਹ ਲੱਗਦਾ ਵੀ ਅਜੇ ਜਿਹੜਾ ਹੈਗਾ ਥੋੜ੍ਹਾ ਹੋਰ ਹਾਲਾਤ ਠੀਕ ਹੋ ਲੈਣ ਦਿਓ। ਸੋ ਇਸ ਕਰਕੇ ਹਾਲਾਤ ਕਰਕੇ ਹੀ ਆ, ਲੇਕਿਨ ਡੇਟਾਂ ਦੁਬਾਰਾ ਆਉਣ ਦੀ ਉਮੀਦ ਵੀ ਹੋ ਸਕਦੀ ਆ। ਪਰ ਉੱਥੇ ਜ਼ਰੂਰ ਇਹ ਡੇਟਾਂ ਗਾਂਹ ਹੋ ਰਹੀਆਂ ਨੇ, ਇਕੱਲੇ ਨਿਊਯਾਰਕ ਨਹੀਂ ਹੋ ਰਹੀਆਂ, ਕੈਲੀਫੋਰਨੀਆ 'ਚ ਵੀ ਹੋ ਰਹੀਆਂ, ਬਾਕੀ ਥਾਵਾਂ 'ਤੇ ਵੀ ਹੋ ਰਹੀਆਂ, ਸਿਆਟਲ ਵੀ ਹੋ ਰਹੀਆਂ ਨੇ, ਕਈ ਜਗ੍ਹਾ ਹੋ ਰਹੀਆਂ, ਨਿਊਯਾਰਕ ਥੋੜ੍ਹੀਆਂ ਜ਼ਿਆਦਾ ਹੋ ਰਹੀਆਂ। ਅਗਲਾ ਸਵਾਲ ਹੈ ਜੀ ਕਿ F3 ਕੈਟੇਗਰੀ 'ਚ ਕਿੰਨਾ ਟਾਈਮ ਲੱਗਦਾ। F3 ਕੈਟੇਗਰੀ ਜੀ ਉਹੀ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਆ। 22 ਨਵੰਬਰ 2008 ਚੱਲ ਰਿਹਾ ਜੀ ਉੱਥੇ। ਸੋ ਤੁਸੀਂ 8 ਤੋਂ ਗਿਣ ਲਓ ਕਿੰਨੇ ਸਾਲ, ਹੁਣ 21 ਚੱਲ ਰਿਹਾ, 13 ਸਾਲ ਲੱਗ ਰਹੇ ਹਨ ਇਸ ਕੈਟੇਗਰੀ ਨੂੰ। ਜਿਹੜੀ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ US ਗੌਰਮੈਂਟ ਦੇ ਲੀਡਰਾਂ ਨਾਲ ਗੱਲ ਕਰਕੇ ਪੁੱਛੋ ਕਿ ਐਮਬੈਸੀ ਵਿੱਚ ਗ੍ਰੀਨ ਕਾਰਡ ਦਾ ਇੰਟਰਵਿਊ ਆਪਣੀ ਚੋਇਸ ਦੀ ਲੈਂਗੁਏਜ ਦੇ ਵਿੱਚ ਦੇ ਸਕਦੇ ਹੋ ਜਾਂ ਨਹੀਂ। ਦੇਖੋ, ਜਿਹੜੀ ਤਾਂ ਗ੍ਰੀਨ ਕਾਰਡ ਦੀ ਇੰਟਰਵਿਊ ਹੁੰਦੀ ਆ ਉਹ ਤੁਸੀਂ ਆਪਣੀ ਚੋਇਸ ਦੀ ਲੈਂਗੁਏਜ ਦੇ ਸਕਦੇ ਹੋ, ਜ਼ਰੂਰੀ ਨਹੀਂ ਆ ਵੀ ਇੰਗਲਿਸ਼ ਹੁੰਦੀ ਆ, ਪਰ ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਹਾਨੂੰ ਇੰਗਲਿਸ਼ 'ਚ ਹੀ ਦੇਣੀ ਪੈਂਦੀ ਆ। ਬਾਕੀ ਜਿਹੜੀਆਂ ਗ੍ਰੀਨ ਕਾਰਡ ਦੀ ਇੰਟਰਵਿਊ ਹੁੰਦੀ ਆ ਉਹ ਤੁਹਾਨੂੰ ਇੰਟਰਪ੍ਰੈਟਰ ਉਹ ਤੁਸੀਂ ਆਪਣਾ ਵੀ ਲਿਜਾ ਸਕਦੇ ਹੋ, ਉਹ ਵੀ ਅਲਾਓ ਕਰਦੇ। ਈਵਨ ਅਸਾਈਲਮ ਦੀ ਇੰਟਰਵਿਊ ਜਿਹੜੀਆਂ ਹੁੰਦੀਆਂ ਉਹ ਵੀ ਬੰਦਾ ਆਪਣੀ ਲੈਂਗੁਏਜ ਦੇ ਸਕਦਾ। ਲੇਕਿਨ ਜਦੋਂ ਆਪਾਂ ਸਿਟੀਜ਼ਨ ਬਣਨਾ, ਸਿਟੀਜ਼ਨਸ਼ਿਪ ਦੀ ਇੰਟਰਵਿਊ ਸਿਰਫ ਇੰਗਲਿਸ਼ ਹੁੰਦੀ ਆ, ਅਨਲੈਸ ਕਿ ਤੁਸੀਂ ਉਹ ਟੈਸਟ ਦੀ ਮਾਫੀ ਵਾਸਤੇ ਨਹੀਂ ਕਰਦੇ। ਤੇ ਅਗਲਾ ਸਵਾਲ ਹੈ ਜੀ I-730 ਵਾਸਤੇ ਬਾਇਓਲੋਜੀਕਲ ਚਾਈਲਡ ਪਾਸ ਹੋਣ ਦੇ ਕਿੰਨੇ % ਚਾਂਸ ਆ। I-730 ਪਟੀਸ਼ਨ ਤਾਂ ਜਿਹੜਾ ਅਸੈਲੀਰੇਟਿਵ ਪਟੀਸ਼ਨ ਹੈਗੀ ਆ ਕਿ ਅਸਾਈਲਮ ਵਾਲਾ ਜਿਹਦਾ ਕੇਸ ਪਾਸ ਹੋਇਆ ਆਪਣੇ ਬੱਚਿਆਂ ਲਈ ਕਰਦਾ, ਉਹਦੇ 'ਚ ਬਾਇਓਲੋਜੀਕਲ ਚਾਈਲਡ ਹੀ ਚਾਹੀਦਾ। ਜਿਹੜਾ ਅਸਲੀ ਬੱਚਾ ਤੁਹਾਡਾ ਜੇ ਤੁਸੀਂ ਅਡੋਪਟ ਕੀਤਾ ਕਿਸੇ ਦਾ ਉਹ ਨਹੀਂ ਆ ਸਕਦਾ। ਅਸਲੀ ਬੱਚਾ ਜੇ ਹੈਗਾ ਉਹਦਾ DNA ਵੀ ਕਰਾਇਆ ਜਾ ਸਕਦਾ, ਪ੍ਰੂਫ ਹੈਗੇ ਨੇ, ਤਾਂ ਫਿਰ ਉਹ ਆ ਸਕਦਾ। ਤੇ ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਦਾ ਕੇਸ ਇੱਥੇ ਅਮਰੀਕਾ ਚੱਲ ਰਿਹਾ, ਮੇਰੀ ਵਾਈਫ ਇੰਡੀਆ ਵਾਪਸ ਚਲੀ ਗਈ ਸੀ, ਹੁਣ USA ਆ ਸਕਦੀ ਹੈ ਵਿਜ਼ਟ ਦੇ ਤੇ ਕਿ ਨਹੀਂ। ਇਹਦੇ ਬਾਰੇ ਕੋਈ ਕਲੀਅਰ ਨਹੀਂ ਜੀ, ਉਹ ਟਰਾਈ ਕਰ ਸਕਦੇ। ਹੁਣ ਖੁੱਲ੍ਹੇਗਾ ਨਵੰਬਰ ਦੇ ਵਿੱਚ ਵਿਜ਼ਟ ਵੀਜ਼ਾ, ਪਰ ਹੋ ਸਕਦਾ ਨਾ ਮਿਲੇ ਕਿਉਂਕਿ ਓਵਰਸਟੇ ਕਰਕੇ ਵਾਪਸ ਗਏ ਆ। ਤੁਹਾਡਾ ਇੱਥੇ ਅਸਾਈਲਮ ਚੱਲਦਾ ਉਹਦੇ ਕਰਕੇ ਨਾ ਵੀ ਹੋ ਸਕਦੀ ਹੈ। ਹੁਣ ਅੱਜ ਦਾ ਆਪਾਂ ਆਖਰੀ ਸਵਾਲ ਲੈ ਲਈਏ ਜੀ ਕਿ ਉਹ ਇਹ ਕਹਿੰਦੇ ਨੇ ਕਿ ਮੈਂ ਜਰਮਨ ਨਾਗਰਿਕ ਹਾਂ ਅਤੇ USA ਵਿੱਚ ਸੈੱਟ ਹੋ ਸਕਦਾ, ਮੇਰੀ ਭੈਣ US ਸਿਟੀਜ਼ਨ ਆ। ਦੇਖੋ ਜੀ, ਤੁਹਾਡੇ ਸਿਸਟਰ US ਸਿਟੀਜ਼ਨ ਨੇ, ਤੁਹਾਡਾ ਅਪਲਾਈ ਕਰ ਸਕਦੇ F4 ਕੈਟੇਗਰੀ 'ਚ, ਇਹਨੂੰ ਲੱਗ ਰਿਹਾ 16 ਸਾਲ। ਅਤੇ ਬਾਕੀ ਤੁਸੀਂ ਜਰਮਨ ਦੇ ਸਿਟੀਜ਼ਨ ਹੋਣ ਕਰਕੇ ਇੱਥੇ ਅਮਰੀਕਾ ਦੇ ਵਿੱਚ ਮਤਲਬ ਘੁੰਮ ਫਿਰ ਤਾਂ ਆ ਕੇ ਸਕਦੇ ਹੋ, ਜਿਵੇਂ ਤੁਸੀਂ ਵਿਜ਼ਟਰ ਆ ਕੇ ਚਲੇ ਗਏ, ਪਰ ਤੁਸੀਂ ਪੱਕੇ ਨਹੀਂ ਹੋ ਸਕਦੇ। ਇੱਥੇ ਕੋਈ ਇੱਦਾਂ ਦੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਜਿਹੜਾ ਯੂਰਪੀਅਨ ਸਿਟੀਜ਼ਨ ਹੈ ਜਾਂ ਕੈਨੇਡਾ ਦਾ ਸਿਟੀਜ਼ਨ ਹੈ ਜਾਂ ਕਿਸੇ ਹੋਰ ਮੁਲਕ ਦਾ, ਉਹਨੂੰ ਇੱਥੇ ਵਰਕ ਪਰਮਿਟ ਮਿਲ ਸਕੇ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ। ਹੋ ਸਕਦਾ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.